मैं हाँ बलिंदर सिंह विरमानी ते तुसी वेख रहे हो साडा खास प्रोग्राम नजरिया। श्री हरमंदर साहब अमृतसर विच हजूरी रागी भाई हरनाम सिंह जी श्रीनगर वालियां दा जलंधर दे निजी हस्पताल विच दिल दा दौरा पैण कारण देहांत हो गया। जी हाँ, वो 60 साल दे सन ਅਤੇ ਲੰਬੇ ਸਮੇਂ ਤੋਂ ਜਲੰਧਰ ਵਿੱਚ ਹੀ ਰਹਿ ਰਹੇ ਸਨ। ਉਹਨਾਂ ਨੂੰ 2 ਦਿਨ ਪਹਿਲਾਂ ਹੀ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਭਾਈ ਹਰਨਾਮ ਸਿੰਘ ਸ਼੍ਰੀਨਗਰ ਵਾਲਿਆਂ ਦਾ ਜਨਮ 4 ਦਸੰਬਰ ਨੂੰ 1962 ਵਿੱਚ ਬਰਨਾਲਾ ਵਿਖੇ ਹੋਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਸਮੇਤ तमाम ਰਾਗੀ ਸਹਿਬਾਨਾਂ ਵਿੱਚ ਇਸ ਘੜੀ ਨੂੰ ਬੇहद ਗਮਗੀਨ ਦੱਸਿਆ ਜਾ ਰਿਹਾ ਹੈ ਅਤੇ ਸਭ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਅਕਾਲ ਚਲਾਣੇ ਤੇ गहरे दुख का प्रगटावा कर रहे हैं। गौरतलब है कि भाई हरनाम सिंह जी ने गुरु तो बख्शी हुई कीर्तन की सेवा द्वारा देश विदेश दीआं संगतां नूं गुरबाणी नाल जोड़ी रखिया ਅਤੇ ਫਿਰ ਗੁਰਸਿੱਖੀ ਜੀਵਨ ਲਈ ਪ੍ਰੇਰਿਤ ਕੀਤਾ। ਉਹਨਾਂ ਦਾ ਅਕਾਲ ਚਲਾਣਾ ਸਿੱਖ ਪੰਥ ਲਈ ਵੱਡਾ ਘਾਟਾ ਜ਼ਰੂਰ ਹੈ। ਗੁਰੂ ਘਰ ਦੇ ਕੀਰਤਨੀਏ ਸਿੰਘਾਂ ਦਾ ਪੰਥ ਵਿੱਚ ਅਹਿਮ ਸਥਾਨ ਹੈ ਅਤੇ ਫਿਰ ਭਾਈ ਹਰਨਾਮ ਸਿੰਘ ਜੀ ਦੇ ਚਲਾਣੇ ਨਾਲ ਸਿੱਖ ਸੰਗਤਾਂ ਵਿੱਚ ਸੋਗ ਦੀ ਲਹਿਰ ਵਿਖੀ ਜਾ ਰਹੀ ਹੈ। खास गल यह भी है कि साडे इस नजरिया प्रोग्राम का खुद भाई हरनाम सिंह जी एक मुख्य चेहरा बने सन। दिन सी 1 सितंबर साल 2020, यानी कि कुछ दिन पहला ही साडे नाल गल्लां बातां दा सिलसिला उन्होंने इसे प्रोग्राम यानी कि प्रोग्राम नजरिया विच जोड़ी रखिया ਅਤੇ ਉਹਨਾਂ ਨੇ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਅੱਜ ਦੇ ਕਰੋਨਾ ਸਮੇਂ ਵਿੱਚ ਕਿਸ ਤਰ੍ਹਾਂ ਰਾਗੀ ਸਾਹਿਬਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਸੇਵਾ ਕਰਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਰਪੇਸ਼ ਨੇ। ਸਭ ਤੋਂ ਪਹਿਲਾਂ ਅਸੀਂ ਇਹ ਪ੍ਰੋਗਰਾਮ ਨਜ਼ਰੀਆ ਜ਼ਰੂਰ ਅੱਗੇ ਵਧਾਵਾਂਗੇ, ਪਰ ਤੁਹਾਨੂੰ ਇੱਕ ਛੋਟੀ ਜੀ ਉਹਨਾਂ ਦੀ ਕਹੇ ਹੋਏ ਸ਼ਬਦਾਂ ਨੂੰ ਅਸੀਂ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਦੋਂ ਉਹ ਸਾਡੇ ਨਾਲ ਜੁੜੇ ਸਨ ਤਾਂ ਉਹਨਾਂ ਨੇ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਸਨ। ਅਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਉਹ ਸ਼ਬਦ ਜਿਸ ਵਿੱਚ ਸਾਫ਼ ਝਲਕ ਰਿਹਾ ਸੀ ਉਹਨਾਂ ਦਾ ਦਰਦ ਕਿ ਕਿਸ ਤਰ੍ਹਾਂ ਅੱਜ ਦੇ ਕਰੋਨਾ ਸਮੇਂ ਵਿੱਚ ਅੱਜ ਜਿਹੜੇ ਸਿੱਖ ਸਾਹਿਬਾਨ ਨੇ ਜੋ ਕਿ ਰਾਗੀ ਸਾਹਿਬਾਨ ਨੇ ਹੋਰ ਸੇਵਾਦਾਰ ਨੇ ਕਿਸ ਤਰ੍ਹਾਂ ਉਹਨਾਂ ਨੂੰ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਆਓ ਜਾਣਦੇ ਹਾਂ ਉਹਨਾਂ ਦੇ ਉਹ ਆਖਰੀ ਸ਼ਬਦ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਇਹ ਇੰਟਰਵਿਊ ਕਿਸੇ ਮੀਡੀਆ ਚੈਨਲ ਵਿੱਚ ਆਖਰੀ ਇੰਟਰਵਿਊ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਇਹ ਨਿੱਜੀ ਰਾਏ ਹੈ, ਮੈਂ ਜੋ ਨੇੜੇ ਹੋ ਕੇ ਦੇਖਦਾ ਗੁਰੂ ਦੇ ਕੀਰਤਨੀਆਂ ਨੂੰ, ਗ੍ਰੰਥੀ ਸਿੰਘਾਂ ਨੂੰ, ਪਾਠੀ ਸਿੰਘਾਂ ਨੂੰ, ਸੇਵਾਦਾਰਾਂ ਨੂੰ, ਕਿਉਂਕਿ ਜਿਹੜਾ ਇਹ ਕੋਰੋਨਾ ਮਹਾਮਾਰੀ ਦਾ ਸਮਾਂ ਇਹ ਅਜੇ ਤੱਕ ਨਹੀਂ ਆਇਆ, ਕਿਸੇ ਨੇ ਨਹੀਂ ਦੇਖਿਆ। ਬਿਲਕੁਲ, ਤੇ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਇਸ ਤਰ੍ਹਾਂ ਹੋ ਜਾਏਗਾ ਜੀ। ਨਾ ਪ੍ਰਬੰਧਕਾਂ ਨੇ ਨਾ ਕਿਸੇ ਪ੍ਰਚਾਰਕਾਂ ਨੇ ਵੀ ਇਦਾਂ ਦਾ ਸਮਾਂ ਵੀ ਆਏਗਾ ਕਿ ਸੰਗਤ ਗੁਰਦੁਆਰਿਆਂ ਵਿੱਚ ਘੱਟ ਜਾਏਗੀ, ਸਮਾਗਮ ਬੰਦ ਹੋ ਜਾਣਗੇ, ਸੰਗਤ ਆ ਨਹੀਂ ਸਕੇਗੀ, ਕਿਉਂਕਿ ਜੇ ਸੰਗਤ ਆਏਗੀ ਤੇ ਤਾਂ ਹੀ ਮਾਇਆ ਦਾ ਸਿਸਟਮ ਚੱਲਦਾ ਜੀ। ਤੇ ਮੈਂ ਇੱਥੇ ਲੋਕਲ ਜਲੰਧਰ ਵਿੱਚ ਮੈਂ ਸੁਣਿਆ ਵੀ ਦੇਖਿਆ ਵੀ ਹੈ ਕਿ ਕਈ ਗੁਰਦੁਆਰਾ ਕਮੇਟੀਆਂ ਨੇ ਕੁਝ ਜਥਿਆਂ ਨੂੰ, ਕੁਝ ਗ੍ਰੰਥੀ ਸਿੰਘਾਂ ਨੂੰ, ਕੁਝ ਸੇਵਾਦਾਰਾਂ ਨੂੰ ਕੁਝ ਡਿਊਟੀ ਤੋਂ ਫਾਰਗ ਕੀਤਾ, ਕੁਝ ਸਟਾਫ ਘੱਟ ਕੀਤਾ। ਤੇ ਮੇਰੀ ਨਿੱਜੀ ਬੇਨਤੀ ਤੇ ਰਾਏ ਵੀ ਹੈ ਸਾਰੀਆਂ ਸੰਗਤਾਂ ਨੂੰ ਔਰ ਗੁਰਦੁਆਰਾ ਕਮੇਟੀਆਂ ਨੂੰ, ਕਿਉਂਕਿ ਜਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਡਿਊਟੀਆਂ ਕਰ ਰਹੇ ਨੇ ਸਵੇਰੇ ਸ਼ਾਮ, ਰਾਗੀ ਸਿੰਘ ਲੈ ਲਓ, ਗ੍ਰੰਥੀ ਸਿੰਘ, ਸੇਵਾਦਾਰ, ਪਾਠੀ ਸਿੰਘ, ਉਹ ਇਸ ਭਿਆਨਕ ਸਮੇਂ ਵਿੱਚ, ਕਿਉਂਕਿ ਜਦੋਂ ਕੋਈ ਰਾਹ ਨਹੀਂ ਦਿੱਤਾ ਉਹ ਕਿੱਥੇ ਜਾਣਗੇ। ਬਿਲਕੁਲ, ਉਹਨਾਂ ਦੇ ਬੱਚਿਆਂ ਦੀ ਪਾਲਣ ਪੋਸ਼ਣ ਕਿਵੇਂ ਹੋਵੇਗੀ, ਇਹ ਬੜਾ ਵੱਡਾ ਸਵਾਲ ਹੈ। ਬਿਲਕੁਲ, ਤੇ ਇਹਨਾਂ ਸਾਰੇ ਪ੍ਰਚਾਰਕਾਂ ਦੀ ਬਾਂਹ ਫੜਨੀ ਪਏਗੀ। ਸੋ ਮੈਂ ਚਾਹੁੰਦਾ ਵੀ ਜਿਹੜਾ ਗੁਰਦੁਆਰਾ ਕਮੇਟੀਆਂ ਨੇ, ਮੇਰੀ ਉਹਨਾਂ ਨੂੰ ਬੇਨਤੀ ਹੈ, ਅਪੀਲ ਹੈ ਕਿ ਠੀਕ ਹੈ ਸਮਾਂ ਏਦਾਂ ਦਾ ਆ ਗਿਆ, ਆਮਦਨ ਘੱਟ ਗਈ, ਪਰ ਫਿਰ ਵੀ ਇਹਦਾ ਕੁਛ ਨਾ ਕੁਛ ਹੱਲ ਕੱਢਿਆ ਜਾਏ, ਕਿਉਂਕਿ ਬਾਹਰ ਦੇ ਮੁਲਕਾਂ ਦਾ ਤਾਂ ਮੈਨੂੰ ਪਤਾ ਕਿ ਉੱਥੇ ਬੜੀ ਕਿਰਪਾ, ਬੜੇ ਖੁਸ਼ਹਾਲ ਨੇ, ਪਰ ਮੈਂ ਇੰਡੀਆ ਦੀ ਗੱਲ ਕਰਦੀ ਹਾਂ, ਇੱਥੇ ਥੋੜੀ ਜਿਹੀ ਮੁਸ਼ਕਲਾਂ ਆਈਆਂ ਨੇ ਮਾਇਕ ਤੌਰ ਤੇ ਜੀ। ਠੀਕ ਹੈ, ਸੋ ਸਾਰਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਹਰਨਾਮ ਸਿੰਘ ਜੀ ਜਿਨ੍ਹਾਂ ਨੇ ਅੱਜ ਅਕਾਲ ਚਲਾਣਾ ਕਰ ਗਏ ਹੋ, ਪਰ ਉਹਨਾਂ ਦੇ ਪਿੱਛੇ ਅਪੁੱਲ ਯਾਦਾਂ ਜ਼ਰੂਰ ਛੱਡ ਗਏ ਨੇ, ਅਮਿੱਟ ਯਾਦਾਂ ਜ਼ਰੂਰ ਛੱਡ ਗਏ ਨੇ, ਗੁਰਬਾਣੀ ਰਸ ਜ਼ਰੂਰ ਛੱਡ ਗਏ ਨੇ।
ਉਹਨਾਂ ਦੇ ਜੀਵਨ ਬਾਰੇ ਹੀ ਅੱਜ ਅਸੀਂ ਚਰਚਾ ਕਰਨ ਲਈ ਇਕੱਠੇ ਹੋਏ ਹਾਂ ਔਰ ਮੇਰਾ ਸਾਥ ਅੱਜ ਦੇਣਗੇ ਉਹਨਾਂ ਦੇ ਬੇहद ਕਰੀਬੀ ਸਾਥੀ ਰਹੇ। ਜੀ ਹਾਂ, ਸਾਡੇ ਨਾਲ ਜੁੜੇ ਹੋਏ ਨੇ ਅੱਜ 4 ਵੱਖ-ਵੱਖ ਖਾਸ ਮਹਿਮਾਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਾਡੇ ਨਾਲ ਜੁੜੇ ਹੋਏ ਨੇ। ਭਾਈ ਰਵਿੰਦਰ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ, ਭਾਈ ਬਲਵਿੰਦਰ ਸਿੰਘ ਲੋਪੋਕੇ ਜੀ ਅਤੇ ਨਾਲ ਹੀ ਭਾਈ ਕਮਲਜੀਤ ਸਿੰਘ ਜੀ ਜੋ ਕਿ ਉਹਨਾਂ ਦੇ ਜਥੇ ਦੇ ਮੈਂਬਰ ਵੀ ਨੇ। ਸੋ ਬਹੁਤ-ਬਹੁਤ ਸਵਾਗਤ ਹੈ ਸਾਡੇ ਸਾਰੇ ਹੀ ਖਾਸ ਮਹਿਮਾਨਾਂ ਦਾ ਅੱਜ ਦੇ ਇਸ ਪ੍ਰੋਗਰਾਮ ਨਜ਼ਰੀਆ ਵਿੱਚ। ਸੋ ਇੱਕ ਇੱਕ ਕਰਕੇ ਮੈਂ ਉਹਨਾਂ ਦਾ ਤਾਰੁਫ ਜੋ ਤੁਹਾਡੇ ਨਾਲ ਕਰਵਾਇਆ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਭਾਈ ਰਵਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਆਵਾਂਗਾ ਔਰ ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਕਿਸ ਤਰ੍ਹਾਂ ਦੀ ਹਸਤੀ ਸਨ ਭਾਈ ਹਰਨਾਮ ਸਿੰਘ ਜੀ, ਕਿਉਂਕਿ ਅਸੀਂ ਉਹਨਾਂ ਨੂੰ ਹਮੇਸ਼ਾ ਬਹੁਤ ਸੋਹਣੇ ਸੁੰਦਰ ਤਰੀਕੇ ਨਾਲ ਗੁਰਬਾਣੀ ਦਾ ਰਸ ਗਾਉਂਦੇ ਹੋਇਆ ਵੇਖਿਆ ਹੈਗਾ। ਉਹਨਾਂ ਦੇ ਸ਼ਬਦਾਵਲੀ ਵਿੱਚ ਇੱਕ ਬਹੁਤ ਹੀ ਮਜ਼ੇਦਾਰ ਆਨੰਦ ਆਉਂਦਾ ਸੀ ਜਦੋਂ ਉਹਨਾਂ ਦੇ ਅਸੀਂ ਕੀਰਤਨ ਸੁਣਦੇ ਸੀਗੇ। ਕਿਸ ਤਰ੍ਹਾਂ ਦੀ ਹਸਤੀ ਸਨ ਜੀ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ? ਮੈਂ ਸਮਝਣਾ ਕਿ ਆਪਣੇ ਆਪ ਵਿੱਚ ਇੱਕ ਐਸਾ ਨਾਮ ਸਨ ਜਿਨ੍ਹਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਤੇ ਰੱਬ ਰੂਪ ਸੰਤਾਂ ਨੇ ਤੇ ਕੀਰਤਨ ਦੇ ਪ੍ਰੇਮੀਆਂ ਨੇ ਤੇ ਨਾਲ ਸਮੁੱਚੇ ਕੀਰਤਨੀਆਂ ਨੇ ਬਹੁਤ ਹੀ ਪਿਆਰ ਦਿੱਤਾ। ਉਸ ਦਾ ਕਾਰਨ ਇਹ ਹੈ ਕਿ ਜਿੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਜ਼ੂਰੀ ਕੀਰਤਨੀਏ ਸਨ, ਉੱਥੇ ਨਾਲ ਨਾਲ ਭਾਈ ਸਾਹਿਬ ਜੀ ਦਾ ਮਿੱਠ ਬੁਲੜਾ ਸੁਭਾਅ, ਨਿੱਘਾ ਸੁਭਾਅ, ਹਰ ਇੱਕ ਨੂੰ ਗਲਵਕੜੀ ਵਿੱਚ ਲੈ ਕੇ ਬੜੇ ਪਿਆਰ ਦੇ ਨਾਲ ਹੱਸ ਕੇ ਉਸ ਨਾਲ ਗੱਲ ਕਰਨੀ। ਤੇ ਤੀਸਰਾ ਕਾਰਨ ਭਾਈ ਸਾਹਿਬ ਜੀ ਦੀਆਂ ਜੋ ਗਾਇਨ ਕੀਤੀਆਂ ਮਿੱਠੀਆਂ ਧੁਨਾਂ, ਜੋ ਕੀਰਤਨ ਦੇ ਰੂਪ ਵਿੱਚ ਗੁਰੂ ਦੇ ਸ਼ਬਦ ਨੂੰ ਉਹਨਾਂ ਨੇ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਕਿਉਂਕਿ ਭਾਈ ਸਾਹਿਬ ਜੀ ਦੀਆਂ ਉਹ ਗਾਈਆਂ ਹੋਈਆਂ ਰੀਤਾਂ, ਉਹਨਾਂ ਦਾ ਇੱਕੋ ਸੰਗਤੀ ਸਟਾਈਲ ਕੀਰਤਨ ਕਰਨ ਦਾ ਮੈਂ ਸਮਝਣਾ ਕਿ ਭਾਈ ਸਾਹਿਬ ਜੀ ਅਜੇ ਕੀਰਤਨ ਸ਼ੁਰੂ ਕਰਦੇ ਸਨ ਕਿ ਸੰਗਤ ਪਹਿਲਾਂ ਹੀ ਨਾਲ ਉਹਨਾਂ ਦੇ ਬਾਣੀ ਦਾ ਜਾਪ, ਸ਼ਬਦ ਦਾ ਜਾਪ ਕਰਨ ਲੱਗ ਪੈਂਦੀ ਸੀ। ਮੈਂ ਸਮਝਣਾ ਕਿ ਇਹ ਉਹਨਾਂ ਦੇ ਅੰਦਰ ਖਾਸ ਗੁਣ ਸੀ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਤੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਉਹਦੀ ਹਿਸਟਰੀ ਪੜ੍ਹਦੇ ਹਾਂ ਭਾਈ ਸਾਹਿਬ ਜੀ ਦੇ ਪਿਛੋਕੜ ਜੀਵਨ ਨੂੰ, ਉਹਨਾਂ ਨੇ ਕਿਵੇਂ ਸਾਡੇ ਕੌਮ ਦੇ ਮਸ਼ਹੂਰ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ ਨਾਲ ਤਬਲੇ ਤੇ ਸੰਗਤ ਦੀ ਸੇਵਾ ਸ਼ੁਰੂ ਕੀਤੀ ਸ਼੍ਰੀਨਗਰ ਸ਼ਹਿਰ ਤੋਂ, ਜੋ ਕੀਰਤਨ ਦੀ ਸ਼ੁਰੂਆਤ ਸੀ ਉਹਨਾਂ ਦੀ। ਉਸ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅੰਮ੍ਰਿਤਸਰ ਸਾਹਿਬ, ਜਿੱਥੋਂ ਦਾ ਮੈਂ ਵੀ ਵਿਦਿਆਰਥੀ ਹਾਂ, ਅਤੇ ਸਾਡੇ ਸਹਿਯੋਗ ਬੜੇ ਸਤਿਕਾਰਯੋਗ ਉਸਤਾਦ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਲ, ਉਹਨਾਂ ਪਾਸੋਂ ਉਹਨਾਂ ਨੇ ਕੀਰਤਨ ਦੀ ਵਿਦਿਆ ਹਾਸਲ ਕੀਤੀ ਉੱਥੇ, ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਉਸ ਕਾਲਜ ਦੇ ਅੰਦਰ। ਉਸ ਤੋਂ ਬਾਅਦ ਭਾਈ ਸਾਹਿਬ ਜੀ ਨਾਲ, ਹਰਜਿੰਦਰ ਸਿੰਘ ਜੀ ਨਾਲ ਜਥਾ ਬਣਾ ਕੇ ਉਹ ਸ਼੍ਰੀਨਗਰ ਚਲੇ ਗਏ ਤੇ ਉੱਥੇ ਤਕਰੀਬਨ 1.5-2 ਸਾਲ ਉੱਥੇ ਉਹਨਾਂ ਨੇ ਕੀਰਤਨ ਦੀ ਸੇਵਾ ਕੀਤੀ ਤਬਲੇ ਤੇ। ਫਿਰ ਉਸ ਤੋਂ ਬਾਅਦ ਆ ਕੇ ਲੁਧਿਆਣੇ ਉਹਨਾਂ ਨੇ ਸਿੰਘ ਸਭਾ ਗੁਰਦੁਆਰੇ 'ਚ ਵੀ ਤਬਲੇ ਤੇ ਸੇਵਾ ਕੀਤੀ ਭਾਈ ਸਾਹਿਬ ਜੀ ਨਾਲ। ਇਸ ਤਰ੍ਹਾਂ ਕਰਦਿਆਂ ਹੌਲੀ ਹੌਲੀ ਫਿਰ ਉਹਨਾਂ ਨੇ ਆਪਣਾ ਜਥਾ ਬਣਾਇਆ ਤੇ ਮੈਂ ਸਮਝਦਾ ਕਿ ਬੜਾ ਲੰਮਾ ਸਮਾਂ ਉਹਨਾਂ ਨੇ ਆਪਣੇ ਸ਼ਹਿਰ ਜਿੱਥੇ ਉਹ ਰਹਿੰਦੇ ਸਨ ਹੁਣ ਤੱਕ, ਜਲੰਧਰ ਵਿਖੇ, ਉੱਥੇ ਵੀ ਉਹਨਾਂ ਨੇ ਹਜ਼ੂਰੀ ਰਾਗੀ ਦੇ ਤੌਰ ਤੇ ਸਿੰਘ ਸਭਾ ਗੁਰਦੁਆਰੇ 'ਚ ਬਹੁਤ ਲੰਮਾ ਸਮਾਂ ਸੇਵਾ ਨਿਭਾਈ। ਇਹ ਜਿਹੜੀ ਕੀਰਤਨ ਦੀ ਦਾਤ ਹੈ, ਇਹ ਪਿਤਾ ਪੁਰਖੀ ਦਾਤ ਸੀ ਉਹਨਾਂ ਨੂੰ ਮਿਲੀ, ਕਿਉਂਕਿ ਉਹਨਾਂ ਦੇ ਪਿਤਾ ਜੀ ਆਪ ਬੜੇ ਵਿਦਵਾਨ ਸਨ, ਆਪ ਬੜੇ ਸੁੰਦਰ ਕੀਰਤਨੀ ਸਨ, ਕਥਾਵਾਚਕ ਸਨ ਅਤੇ ਗੁਰਦੁਆਰਾ ਸਾਹਿਬ ਜਿੱਥੇ ਬਰਨਾਲੇ ਵਿਖੇ ਸੇਵਾ ਕਰਦੇ ਸਨ। ਤੇ ਮੈਂ ਸਮਝਦਾ ਕਿ ਉਹ ਆਪਣੇ ਪਰਿਵਾਰ ਦੀ, ਪਿਤਾ ਜੀ ਦੀ ਉਹ ਸੰਗਤ ਵਿੱਚੋਂ, ਗੋਦ ਵਿੱਚੋਂ ਉਹਨਾਂ ਨੂੰ ਉਹ ਕੀਰਤਨ ਦੀ ਦਾਤ ਪ੍ਰਾਪਤ ਹੋਈ। ਸੋ ਐਸੇ ਮਹਾਨ ਕੀਰਤਨੀਏ ਦਾ ਸਾਡੇ ਵਿੱਚੋਂ ਅਚਾਨਕ ਇਸ ਤਰ੍ਹਾਂ ਚਲੇ ਜਾਣਾ, ਕਿਉਂਕਿ 2 ਦਿਨ ਪਹਿਲਾਂ ਹੀ ਸ਼ਾਮ ਨੂੰ ਮੇਰੇ ਨਾਲ ਤਕਰੀਬਨ 4 ਵਜੇ ਉਹਨਾਂ ਦਾ ਫੋਨ ਆਇਆ ਮੈਨੂੰ। ਉਹ ਕਿਸੇ ਰਿਕਾਰਡਿੰਗ ਬਾਰੇ ਮੇਰੇ ਨਾਲ ਡਿਸਕਸ ਕਰ ਰਹੇ ਸਨ। 20-25 ਮਿੰਟ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ, ਪਰ ਉਹਨਾਂ ਦੇ ਨਾ ਤਾਂ ਗੱਲ ਕਰਨ ਦੇ ਸਟਾਈਲ ਤੋਂ, ਅੰਦਾਜ਼ ਚੋਂ, ਤੇ ਨਾ ਉਹਨਾਂ ਦੇ ਬੋਲਣ ਦੇ ਅੰਦਾਜ਼ ਚੋਂ ਕੋਈ ਲੱਗ ਰਿਹਾ ਸੀ ਕਿ ਭਾਈ ਸਾਹਿਬ ਢਿੱਲੇ ਹਨ। ਨਾ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਕੀਤੀ, ਨਹੀਂ ਤਾਂ ਕੋਈ ਇੱਕ ਅਸੀਂ ਸ਼ਹਿਰ ਦੇ ਰਹਿਣ ਵਾਲੇ ਹਾਂ, ਜਲੰਧਰ ਦੇ ਦੋਨੇ ਹੀ, ਉਹ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਬੜੀਆਂ ਸਾਂਝੀਆਂ ਕਰਦੇ ਸਨ, ਪਰ ਉਹਨਾਂ ਨੇ ਮੇਰੇ ਨਾਲ ਕੋਈ ਐਸੀ ਗੱਲ ਨਹੀਂ ਕੀਤੀ ਮੈਂ ਭਾਈ ਸਾਹਿਬ ਜੀ ਬਿਮਾਰ ਹਾਂ ਜਾਂ ਢਿੱਲਾ। ਪਰ ਅਚਾਨਕ ਹੀ ਅੱਜ ਜਦੋਂ ਸਵੇਰੇ ਖਬਰ ਅਸੀਂ ਉਹਨਾਂ ਦੇ ਬਾਰੇ ਜਾਣਦੇ ਰਹਾਂਗੇ। ਫਿਲਹਾਲ ਅਸੀਂ ਅੱਗੇ ਵੀ ਵਧਦੇ ਹਾਂ ਕਿਉਂਕਿ ਭਾਈ ਕਮਲਜੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ। ਭਾਈ ਕਮਲਜੀਤ ਸਿੰਘ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਇਸ ਸਮੇਂ ਮੀਡੀਆ ਵਿੱਚ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਔਰ ਉਹਨਾਂ ਦਾ ਸਪਸ਼ਟੀਕਰਨ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਕਿਉਂਕਿ ਕਈ ਜਿਹੜੇ ਨੇ ਸੋਸ਼ਲ ਮੀਡੀਆ ਦੱਸ ਰਿਹਾ ਕਿ ਉਹਨਾਂ ਨੂੰ ਕੋਰੋਨਾ ਹੋ ਗਿਆ ਸੀ, ਪੋਜ਼ਿਟਿਵ ਸੀ ਉਹ ਕੋਰੋਨਾ, ਇਸ ਕਰਕੇ ਉਹ ਆਕਾਸ਼ ਚਲਾਣਾ ਕਰਕੇ। ਕੋਈ ਦੱਸ ਰਹੇ ਨੇ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਕੋਈ ਦੱਸ ਰਿਹਾ ਉਹ ਬਹੁਤ ਲੰਬੇ ਸਮੇਂ ਤੋਂ ਬਿਮਾਰ ਸਨ। ਆਖਰ ਉਹਨਾਂ ਦੇ ਆਕਾਸ਼ ਚਲਾਣੇ ਦਾ ਮੁੱਖ ਕਾਰਨ ਕੀ ਸੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਭਾਈ ਹਰਨਾਮ ਸਿੰਘ ਹੁਣਾਂ ਦੇ ਨਾਲ ਮੈਂ ਉਹਨਾਂ ਦੇ ਨਾਲ ਸਹਾਇਕ ਤੇ ਸੇਵਾ ਨਿਭਾ ਰਿਹਾ ਕੀਰਤਨ ਦੀ। ਅੱਜ ਸਵੇਰੇ ਮੈਨੂੰ ਜਦੋਂ ਉਹਨਾਂ ਦੀ ਕਾਲ ਆਈ 6:30-7 ਵਜੇ ਦੇ ਕਰੀਬ, ਮੈਂ ਇੱਥੋਂ ਘਰ ਤੋਂ ਗਿਆ ਤਾਂ ਮੈਨੂੰ ਜੀ ਹੀ ਹਸਪੀਟਲ ਦੇ ਅੰਦਰ ਤੋਂ ਡਾਕਟਰ ਸਾਹਿਬ ਦਾ ਫੋਨ ਆਇਆ ਸੀ ਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਹੈ ਤੇ ਕੀ ਹੈ। ਤੇ ਮੈਂ ਜੀ ਹੀ ਪਰਿਵਾਰ ਨੂੰ ਅੱਗੇ ਦੱਸਿਆ ਤੇ ਕਰੋਨਾ ਨਾਂ ਦੀ ਤਾਂ ਉਹਨਾਂ ਨੂੰ ਕੋਈ ਰਿਪੋਰਟ 'ਚ ਆਇਆ ਨਹੀਂ ਹੈ ਤੇ ਬੋਡੀ ਵੀ ਉਹਨਾਂ ਨੇ ਪਰਿਵਾਰ ਨੂੰ ਸੌਂਪੀ ਗਈ ਹੈ ਤੇ ਜੀ ਸੰਸਕਾਰ ਅੱਜ ਸਾਰੇ ਪਰਿਵਾਰ ਨੇ ਆਪ ਕੀਤਾ। ਜੀ ਪਰ ਕੀ ਕਾਰਨ ਕੀ ਮੰਨੇ ਜਾ ਰਹੇ ਕਿ ਆਖਰ ਕਿਉਂ ਸੋਸ਼ਲ ਮੀਡੀਆ ਤੇ ਕੋਰੋਨਾ ਪੋਜ਼ਿਟਿਵ ਨਾਂ ਦੀ ਉਹਨਾਂ ਦੀ ਮੌਤ ਦੀ ਕਾਰਨ ਮੰਨਿਆ ਜਾ ਰਿਹਾ ਹੈ? ਅਜਿਹਾ ਕਿਉਂ? ਕਿੱਥੇ ਇਹ ਖਬਰ ਫੈਲੀ? ਕਿਉਂ ਖਬਰ ਫੈਲੀ? ਇਹ ਤੁਹਾਨੂੰ ਕੀ ਲੱਗਦਾ ਹੈ? ਇਹ ਇਹ ਤਾਂ ਪਤਾ ਨਹੀਂ ਜੀ ਕਿਸ ਤਰ੍ਹਾਂ ਖਬਰ ਜਾਂ ਕਿਸ ਤਰ੍ਹਾਂ ਫੈਲੀ ਗਈ ਹੈ ਤੇ ਕਿਸੇ ਗਰੁੱਪ ਦੇ ਵਿੱਚ ਮੈਸੇਜ ਆਇਆ ਸੀ ਕਿ ਉਹਨਾਂ ਦੀ ਕਰੋਨਾ ਦੇ ਨਾਲ ਡੈਥ ਹੋਈ ਹੈ। ਪਰ ਮੈਂ ਉਹਨਾਂ ਦੇ ਨਾਲ ਗੱਲ ਵੀ ਕੀਤੀ ਤੇ ਮੈਂ ਕਿਹਾ ਵੀ ਰਿਪੋਰਟ ਤਾਂ ਹਾਲੇ ਤੱਕ ਸਾਡੇ ਕੋਲ ਤਾਂ ਆਈ ਨਹੀਂ, ਤੁਹਾਡੇ ਕੋਲ ਕਿੱਥੋਂ ਰਿਪੋਰਟ ਆ ਗਈ ਤੇ ਸਾਨੂੰ ਜੀ ਦੱਸੋ। ਫਿਰ ਉਹਨਾਂ ਨੇ ਆਪਣੀ ਗਲਤੀ ਮੰਨੀ ਤੇ ਕਹਿੰਦੇ ਵੀ ਸਾਡੇ ਕੋਲ ਗਲਤੀ ਹੋ ਗਈ, ਅਸੀਂ ਆਪਣੀ ਪੋਸਟ ਨੂੰ ਡਿਲੀਟ ਕਰਦੇ ਹਾਂ। ਫਿਰ ਉਹਨਾਂ ਨੇ ਜੀ ਆਪਣੀ ਪੋਸਟ ਜਿਹੜੀ ਡਿਲੀਟ ਕੀਤੀ ਆ, ਪਰ ਬਿਲकुल ਉਨੀ ਦੇਰ 'ਚ ਕਾਫੀ ਜਗ੍ਹਾ ਇਹ ਫੈਲ ਚੁੱਕੀ ਸੀ। जी मैं अपने प्रोग्राम के जरिए उन्होंने तमाम सोशल मीडिया वालों मैं दसना चाहांगा और तमाम न्यूज़ चैनल ਜਿਹੜੇ ਗਲਤ ਖਬਰ ਚਲਾ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਆਪਣੀ ਉਹ ਇਸ ਖਬਰ ਨੂੰ ਦਰੁਸਤ ਕਰ ਲੈਣ, ਕਿਉਂਕਿ ਉਹਨਾਂ ਨੂੰ ਜਿਵੇਂ ਭਾਈ ਕਮਲਜੀਤ ਸਿੰਘ ਜੀ ਦੱਸ ਰਹੇ ਨੇ, ਸਭ ਤੋਂ ਪਹਿਲਾਂ ਇਹਨਾਂ ਨੂੰ ਹੀ ਪਤਾ ਚੱਲਿਆ ਸੀ ਔਰ ਇਹਨਾਂ ਨੇ ਹੀ ਪੂਰੇ ਪਰਿਵਾਰ ਨੂੰ ਉਹਨਾਂ ਦੀ ਮੌਤ ਦੀ ਪੁਸ਼ਟੀ ਇਹਨਾਂ ਨੇ ਕਰਾ ਦਿੱਤੀ ਹੈਗੀ ਹੈ। ਸੋ ਇਹਨਾਂ ਨੇ ਇਹ ਸਾਫ਼ ਤੌਰ ਤੇ ਦੱਸ ਰਹੇ ਨੇ ਕਿ ਉਹਨਾਂ ਨੂੰ ਕੋਰੋਨਾ ਨਾਂ ਦੀ ਕੋਈ ਬਿਮਾਰੀ ਨਹੀਂ ਸੀ, ਉਹ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਇਸ ਕਰਕੇ ਉਹ ਅਕਾਲ ਚਲਾਣਾ ਕਰਕੇ ਅੱਗੇ ਵਧੇ ਹਾਂ। ਬਲਵਿੰਦਰ ਸਿੰਘ ਲੋਪੋਕੇ ਸਾਹਿਬ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿੰਨੀ ਨੇੜੇ ਸੀ ਭਾਈ ਹਰਨਾਮ ਸਿੰਘ ਜੀ ਤੁਹਾਡੇ ਔਰ ਕੀ ਕੁਝ ਦੱਸ ਸਕਦੇ ਹੋ ਉਹਨਾਂ ਦੀ ਹਸਤੀ ਬਾਰੇ ਸਾਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਜਿਤਨੇ ਵੀ ਦਰਸ਼ਕ ਗੁਰੂ ਪਿਆਰੇ ਇਸ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਜੁੜ ਬੈਠੇ ਹਾਂ, ਸਾਰਿਆਂ ਨੂੰ ਦਾਸ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦੂਜਾ, ਭਾਈ ਸਾਹਿਬ ਜੀ ਬਹੁਤ ਮਿੱਠ ਬੋਲੜੇ ਸੀ। ਭਾਈ ਕਮਲਦੀਪ ਸਿੰਘ ਬੈਠੇ, ਇਹਨਾਂ ਨੂੰ ਪਤਾ ਵੀ ਅਸੀਂ ਨਿਊਜ਼ੀਲੈਂਡ ਵੀ ਇਕੱਠੇ ਕਾਫੀ ਦਿਨ ਸਮਾਂ ਮਿਲਿਆ ਸਾਨੂੰ ਇਕੱਠੇ ਰਹਿਣ ਦਾ, ਇੱਕੇ ਜਗ੍ਹਾ ਤੇ ਰਹਿਣ ਦਾ, ਮਿਲ ਬੈਠ ਕੇ ਬਹੁਤ ਸੋਹਣੇ ਜੀਵਨ ਵਾਲੇ, ਬੜੇ ਮਿੱਠ ਬੋਲੜੇ, ਸਾਰਿਆਂ ਨੂੰ ਆਪਣਾ ਬਣਾਉਣ ਵਾਲੇ ਸਨ ਭਾਈ ਸਾਹਿਬ ਜੀ। ਉਹ ਕਦੀ ਨਹੀਂ ਸੀ ਵੇਖਦੇ ਮੇਰੇ ਚ ਉਮਰ ਚ ਕੋਈ ਛੋਟਾ ਹੈ ਜਾਂ ਵੱਡਾ, ਉਹ ਸਾਰਿਆਂ ਨਾਲ ਪਿਆਰ ਕਰਨ ਵਾਲੇ ਸੀ। ਅਸੀਂ ਬੜਾ ਉੱਥੇ ਅਮੋਲਕ ਜਿਹਾ ਸਮਾਂ ਜੇ ਕਹੀਏ ਗੁਜ਼ਾਰਿਆ, ਉਹ ਯਾਦਾਂ ਸਾਡੇ ਕੋਲ ਸਦਾ ਰਹਿਣਗੀਆਂ। ਤੇ ਜਦੋਂ ਵੀ ਅਸੀਂ ਉਹ ਜਾਂ ਪਿਕਚਰਾਂ ਜਾਂ ਵੀਡੀਓ ਦੇਖਾਂਗੇ ਤੇ ਉਹ ਸਦੀਵ ਸਾਡੇ ਕੋਲ ਨੇ, ਅਸੀਂ ਅੱਜ ਵੀ ਸੰਭਾਲ ਕੇ ਰੱਖੀਆਂ ਹੋਈਆਂ। ਤੇ ਉਹ ਇੱਕ ਯਾਦਾਂ ਨੇ ਉਹਨਾਂ ਵੀਰਾਂ ਦੀਆਂ, ਉਹ ਐਸੇ ਮਿੱਠ ਬੋਲੇ ਸੱਜਣ ਦੀਆਂ, ਜਿਹਦੇ ਜਾਣ ਕਰਕੇ ਇੰਨਾ ਵੱਡਾ ਘਾਟਾ ਪਿਆ। ਕਿਉਂਕਿ ਇੱਕ ਕੀਰਤਨੀਆ ਜਦੋਂ ਤਿਆਰ ਹੁੰਦਾ ਜੀ, ਉਹਨੂੰ ਬੜਾ ਸਮਾਂ ਲੱਗਦਾ। ਗੁਰੂ ਦੀ ਕਿਰਪਾ ਨਾਲ ਇਹ ਕੀਰਤਨੀਆ ਬਣਦਾ, ਪਰ ਉਹਦੇ ਜਾਣ ਨਾਲ ਕੱਲਾ ਉਹਨਾਂ ਨੂੰ ਹੀ ਨਹੀਂ, ਉਹਨਾਂ ਦੇ ਪਰਿਵਾਰ ਨੂੰ ਨਹੀਂ, ਇਹ ਸਾਰਾ ਸਿੱਖ ਜਗਤ ਕੀਰਤਨੀਆਂ ਦਾ ਪਰਿਵਾਰ ਹੁੰਦਾ ਜੀ। ਸਾਰੇ ਸੰਸਾਰ ਨੂੰ, ਸਾਰੇ ਗੁਰੂ ਕੇ ਸਿੱਖਾਂ ਨੂੰ ਬਹੁਤ ਵੱਡਾ ਘਾਟਾ। ਉਹ ਬੜੇ ਮਿੱਠ ਬੋਲਣੇ ਜੀ, ਬਹੁਤ ਸਾਰਿਆਂ ਦੇ ਨੇੜੇ। ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਸਾਡੇ ਇਕੱਲੇ ਨੇੜੇ ਸੀ, ਸਾਰਿਆਂ ਦੇ ਨੇੜੇ ਸਨ। ਸਾਰੇ ਉਹਨਾਂ ਨਾਲ ਬਹੁਤ ਪਿਆਰ ਕਰਦੇ ਸੀ। ਠੀਕ ਹੈ ਭਾਈ ਗੁਰਦੇਵ ਸਿੰਘ ਜੀ, ਇਹੀ ਸਵਾਲ ਮੈਂ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ ਕਿ ਤੁਸੀਂ ਆਪਣੇ ਸ਼ਬਦਾਂ ਵਿੱਚ ਉਹਨਾਂ ਦੀ ਜੀਵਨੀ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਿਆਨ ਕਰੋਗੇ? ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣੇ ਗੱਲ ਕਰਦਿਆਂ ਨਾ ਇੱਕ ਫੋਟੋ ਤੁਹਾਨੂੰ ਲੱਭ ਕੇ ਦਿਖਾਉਣ ਲੱਗਾ, ਪੁਰਾਣੀ ਹੈ, ਸਾਡੀ ਤਿੰਨਾਂ ਜਾਣਿਆਂ ਦੀ। ਇਹਦੇ ਵਿੱਚ ਭਾਈ ਅਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਐਂਡ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ। ਖੁਸ਼ੀ ਦੇ ਪਲ ਅਸੀਂ ਇਕੱਠਿਆਂ ਨੇ ਮਾਣੇ। ਇਹ ਦੇਖੋ ਕਿੰਨੀ ਤਰ੍ਹਾਂ ਦੀਆਂ ਫੋਟੋ ਨੇ ਜੀ। ਇਹ ਭਾਈ ਹਰਨਾਮ ਸਿੰਘ ਜੀ ਦੇ ਨਾਲ ਜਿਹੜੀਆਂ ਸਾਡੀਆਂ ਜੁੜੀਆਂ ਹੋਈਆਂ ਯਾਦਾਂ ਸਨ, ਉਹ ਮੈਂ ਆਪ ਜੀ ਨੂੰ ਦਰਸ਼ਨ ਕਰਾ ਰਿਹਾ। ਤਾਂ ਅਸੀਂ ਜਦੋਂ ਵੀ ਕਦੀ ਇਕੱਠੇ ਇਸ ਤਰ੍ਹਾਂ ਬੈਠਿਆ ਕਰਦੇ ਸੀ, ਜ਼ਿਆਦਾਤਰ ਅਸੀਂ ਜਿਵੇਂ ਭਾਈ ਰਵਿੰਦਰ ਸਿੰਘ ਜੀ ਨੇ ਨਾਲ ਆਪਣੇ, ਇਹਨਾਂ ਨੂੰ ਵੀ ਪਤਾ ਵੀ ਜ਼ਿਆਦਾਤਰ ਦਰਬਾਰ ਸਾਹਿਬ ਜਾਂ ਤਾਂ ਡਿਊਟੀ ਤੋਂ ਉੱਠਦਿਆਂ ਮਿਲਦੇ ਆ ਜਾਂ ਫਿਰ ਬੈਠਣ ਲੱਗਿਆਂ ਮਿਲਦੇ ਆ, ਤੇ ਇਸ ਤਰ੍ਹਾਂ ਹੀ ਸਟੇਜਾਂ ਤੇ ਕਈ ਵਾਰੀ ਉਤਰਦਿਆਂ ਮਿਲਦੇ ਆ, ਚੜ੍ਹਦਿਆਂ ਮਿਲਦੇ ਆ। ਪਰ ਜਦੋਂ ਕਿਤੇ ਸਾਨੂੰ ਇਕੱਠੇ ਬੈਠਣ ਦਾ ਸਮਾਂ ਪ੍ਰਾਪਤ ਹੋ ਜਾਂਦਾ ਤੇ ਅਸੀਂ ਬਹੁਤ ਇੰਜੋਏ ਕਰਦੇ ਹਾਂ, ਬਹੁਤ ਆਨੰਦ ਲੈਂਦੇ ਹਾਂ। ਪਰ ਅੱਜ ਉਹਨਾਂ ਦੇ ਚਲੇ ਜਾਣ ਦਾ ਸਾਨੂੰ ਬੜਾ ਵੱਡਾ ਅਫਸੋਸ ਆ ਬਈ ਇੰਨੀ ਅਜੇ ਉਮਰ ਨਹੀਂ ਸੀ ਜਾਣ ਵਾਲੀ ਉਹਨਾਂ ਦੀ। ਤੇ ਅਸੀਂ ਇਕੱਠੇ ਜਦੋਂ ਰਹਿੰਦੇ ਸੀਗੇ ਬਹੁਤ ਹੱਸਦੇ ਹਸਾਉਂਦੇ। ਉਹਨਾਂ ਦਾ ਸੁਭਾਅ ਬੜਾ ਵਧੀਆ ਸੀਗਾ, ਵੱਡਿਆਂ ਨਾਲ ਵੱਡੇ,
ਛੋਟਿਆਂ ਦਾ ਛੋਟੇ ਹੋ ਜਾਣ ਵਾਲਾ ਸੁਭਾਅ ਸੀ। ਉਹਨਾਂ ਦੇ ਵਿੱਚ ਹੰਕਾਰ ਜਿਹਾ ਨਹੀਂ ਸੀ, ਮਤਲਬ ਬਹੁਤ ਪ੍ਰੇਮ ਨਾਲ ਸਾਡੇ ਨਾਲ ਪੇਸ਼ ਹੁੰਦੇ ਸੀਗੇ। ਹਾਲਾਂਕਿ ਅਸੀਂ ਛੋਟੇ ਸੀ ਉਹਨਾਂ ਤੋਂ, ਤੇ ਉਹ ਸਾਡੇ ਨਾਲ ਬਹੁਤ ਪ੍ਰੇਮ ਨਾਲ ਪੇਸ਼ ਹੁੰਦੇ। ਜੀ ਕਮਲਜੀਤ ਸਿੰਘ ਜੀ, ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹਾਂਗਾ, ਕਿਉਂਕਿ ਕਦੀ ਵੀ ਅਸੀਂ ਜਦੋਂ ਇੱਕ ਪ੍ਰੋਗਰਾਮ ਨੂੰ ਪ੍ਰਸਾਰਿਤ ਕਰਨ ਜਾਂਦੇ ਹਾਂ ਤਾਂ ਅਸੀਂ ਆਪਣੇ ਵੱਲੋਂ ਵੀ ਪੂਰਾ ਹੋਮਵਰਕ ਕਰਕੇ ਜਾਂਦੇ ਹਾਂ। ਭਾਈ ਹਰਨਾਮ ਸਿੰਘ ਜੀ ਜਦੋਂ ਤਾਬੇ ਸਾਹਿਬ ਤੇ ਬੈਠਦੇ ਸਨ, ਜਦੋਂ ਕੀਰਤਨ ਸ਼ੁਰੂ ਕਰਦੇ ਸਨ, ਕਿਸ ਤਰ੍ਹਾਂ ਦੀ ਉਹਨਾਂ ਦੀ ਤਿਆਰੀ ਹੁੰਦੀ ਸੀ? ਪਹਿਲਾਂ ਕਿਸ ਤਰ੍ਹਾਂ ਆਪਣਾ ਪੂਰਾ ਹੋਮਵਰਕ ਕਰਕੇ ਹੋ ਜਾਂਦੇ ਸਨ? ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਦੋਂ ਵੀ ਸਾਡੀ ਸੱਚਖੰਡ ਵਿਖੇ ਜਾਂ ਕਿਤੇ ਬਾਹਰ ਕੀਰਤਨ ਦੀ ਡਿਊਟੀ ਹੋਣੀ ਜਾਂ ਸੇਵਾ ਹੋਣੀ, ਕੋਸ਼ਿਸ਼ ਤਾਂ ਅਸੀਂ ਆਪਣੇ ਵੱਲੋਂ ਹਮੇਸ਼ਾ ਇਹ ਕਰਕੇ ਜਾਂਦੇ ਸੀ ਕਿ ਨਵੇਂ ਸ਼ਬਦ ਪੜ੍ਹੀਏ। ਸੰਗਤ ਪਰ ਇੰਨਾ ਪਿਆਰ ਕਰਦੀ ਸੀਗੀ, ਇੰਨੇ ਪਿਆਰ ਦਾ ਸਬੂਤ ਦਿੰਦੇ ਸਾਨੂੰ ਪਹਿਲਾਂ ਹੀ, ਭਾਈ ਸਾਹਿਬ ਸੁਣਾ ਤੁਹਾਡੇ, ਭਾਈ ਸਾਹਿਬ ਜੀ ਆਹ ਸ਼ਬਦ ਸੁਣਾਓ ਸਾਨੂੰ। ਤੇ ਉਹ ਜੋ ਅਸੀਂ ਸੰਗਤ ਦੇ ਪਿਆਰ ਸਦਕਾ ਜੋ ਅਸੀਂ ਪ੍ਰੋਗਰਾਮ ਬਣਾ ਕੇ ਜਾਂਦੇ ਸੀ, ਉਹ ਸਾਡਾ ਸਾਰਾ ਪ੍ਰੋਗਰਾਮ ਕਈ ਵਾਰ ਬਦਲ ਜਾਂਦਾ ਸੀਗਾ ਜੀ। ਕਿਉਂਕਿ ਕਈ ਵਾਰ ਜੇ ਸੰਗਤ ਦਾ ਕਿਹਾ ਹੋਇਆ ਸ਼ਬਦ ਨਾ ਪੜ੍ਹਦੇ ਤਾਂ ਫਿਰ ਸੰਗਤ ਨਾਰਾਜ਼ ਵੀ ਕਈ ਵਾਰ ਹੋ ਜਾਂਦੇ ਪ੍ਰੇਮੀ। ਤੇ ਇਸ ਲਈ ਕਈ ਵਾਰ ਅਸੀਂ ਮਜਬੂਰੀ ਵਸ ਹੋ ਕੇ ਫਿਰ ਉਹਨਾਂ ਨੂੰ ਹੋਈ ਜੋ ਰਿਪੀਟ ਜੋ ਸਾਨੂੰ ਹੁਕਮ ਹੁੰਦਾ ਸੀ ਸੰਗਤ ਵੱਲੋਂ, ਉਹ ਸ਼ਬਦਾਂ ਦਾ ਗਾਇਨ ਕਰਦੇ ਸੀਗੇ ਤੇ ਸੰਗਤ ਵੀ ਨਾਲ ਗਾਇਨ ਕਰਦੀ ਸੀ, ਗੁਰੂ ਮਹਾਰਾਜ ਦਾ ਬਾਣੀ ਦਾ ਆਨੰਦ ਲੈਂਦੀ ਸੀ। ਬਿਲਕੁਲ। ਭਾਈ ਰਵਿੰਦਰ ਸਿੰਘ ਜੀ, ਇੱਕ ਰਾਗੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਉਹਨਾਂ ਦਾ ਜਿਹੜੀ ਜ਼ਿੰਦਗੀ ਹੁੰਦੀ ਹੈ ਬੜਾ ਤਪ ਹੁੰਦਾ, ਕਿਉਂਕਿ ਗੁਰਬਾਣੀ ਪੜ੍ਹਨਾ ਹਰ ਕੋਈ ਪੜ੍ਹ ਲੈਂਦਾ, ਗਾਉਣਾ ਵੀ ਹਰ ਕੋਈ ਜਾਣਦਾ ਹੈਗਾ, ਪਰ ਜਦੋਂ ਤੁਸੀਂ ਸੰਗਤ ਨੂੰ ਜੋੜਦੇ ਹੋ ਆਪਣੇ ਨਾਲ ਔਰ ਸੰਗਤ ਤੁਹਾਡੇ ਨਾਲ ਜੁੜਦੀ ਹੈ, ਦੇਸ਼ ਵਿਦੇਸ਼ ਦੀ ਸੰਗਤ ਤੁਹਾਡੇ ਨਾਲ ਜੁੜਦੀ ਹੈ, ਤੁਹਾਨੂੰ ਪਿਆਰ ਦਿੰਦੀ ਹੈ, ਤਾਂ ਤੁਹਾਡੇ ਤੇ ਇੱਕ ਪ੍ਰੈਸ਼ਰ ਵੀ ਆ ਜਾਂਦਾ ਹੈ ਕਿ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਾ ਹੈ। ਸੋ ਇੱਕ ਤਪ ਬੜਾ ਜ਼ਰੂਰੀ ਹੈਗਾ। ਤੁਹਾਨੂੰ ਲੱਗਦਾ ਭਾਈ ਹਰਨਾਮ ਸਿੰਘ ਜੀ ਦਾ ਜਿਹੜਾ ਤਪ ਸੀਗਾ, ਇਸ ਦੀ ਬਦੌਲਤ ਹੀ ਅੱਜ ਉਹਨਾਂ ਨੂੰ ਪੂਰੀ ਦੇਸ਼ ਵਿਦੇਸ਼ ਦੀ ਜਿਹੜੀ ਸੰਗਤ ਹੈ ਪਛਾਣਦੀ ਹੈਗੀ ਹੈ? ਹਾਂਜੀ ਵੀਰ ਜੀ, ਬਿਲਕੁਲ। ਦੇਖੋ, ਸਾਨੂੰ ਲੋਕ ਸਟੇਜਾਂ ਤੇ ਬੈਠੇ ਸੰਗਤ ਜਿਹੜੀ ਹੈ ਨਾ, ਉਹ ਦੇਖਦੀ ਹੈ ਸਾਡੇ ਸੋਹਣੇ ਕੱਪੜੇ, ਸਾਡੀਆਂ ਸੋਹਣੀਆਂ ਦਸਤਾਰਾਂ, ਜਾਂ ਸਾਨੂੰ ਕਾਰ 'ਚ ਉਤਰਦਿਆਂ ਦੇਖਦੇ ਨੇ ਲੋਕ, ਜਾਂ ਸਾਨੂੰ ਜਿਹੜਾ ਪਿਆਰ ਮਿਲਦਾ ਸੰਗਤ ਵੱਲੋਂ, ਉਸ ਤੋਂ ਲੋਕ ਬੜੇ ਪ੍ਰਭਾਵਿਤ ਹੁੰਦੇ ਨੇ। ਪਰ ਉਹ ਸਮਝਦੇ ਨੇ ਕਿ ਪਤਾ ਨਹੀਂ ਸ਼ਾਇਦ ਇਹ ਭਾਈ ਸਾਹਿਬ ਸ਼ੁਰੂ ਤੋਂ ਹੀ ਇੱਦਾਂ ਨੇ, ਪਰ ਸਾਡੀ ਉਹ ਬੈਕਗਰਾਊਂਡ ਜਿਹੜੀ ਨਾ, ਪਿਛਲਾ ਸਮਾਂ ਜੋ ਸਾਡਾ ਬਚਪਨ ਦਾ ਹੈ, ਉਹ ਨਹੀਂ ਜਾਣਦੇ ਹੁੰਦੇ ਵੀ ਭਾਈ ਸਾਹਿਬ ਜੀ ਕਿਸ ਗਰੀਬੀ ਤੋਂ ਇਹ ਸਾਰੇ ਕੀਰਤਨੀ ਉੱਠ ਕੇ ਆਏ ਹਨ, ਇਹਨਾਂ ਦਾ ਪਿਛਲਾ ਸਮਾਂ ਕਿਹੋ ਜਿਹਾ ਸੀਗਾ। ਕਿਉਂਕਿ ਸ਼ਾਇਦ ਇੱਕ ਦੋ ਸਿਆਣੇ ਕੀਰਤਨੀਆਂ ਨੇ ਬੜੀ ਸੋਹਣੀ ਗੱਲ ਕਹੀ ਹੈ ਪਹਿਲਾਂ ਵੀ, ਕਿ ਬਹੁਤ ਅਮੀਰ ਘਰਾਂ ਦੇ ਬੱਚੇ, ਵੱਡੇ ਘਰਾਂ ਦੇ ਬੱਚੇ ਕੀਰਤਨੀਏ, ਪ੍ਰਚਾਰਕ ਬਹੁਤ ਘੱਟ ਬਣਦੇ ਹਨ। ਉਹ ਆਪਣੇ ਬੱਚਿਆਂ ਨੂੰ ਬਣਾਉਣਗੇ ਪੈਸੇ ਦੇ ਜ਼ੋਰ ਤੇ, ਕੋਈ ਡਾਕਟਰ ਬਣਾਏਗਾ, ਕੋਈ ਵਕੀਲ ਬਣਾਏਗਾ, ਕੋਈ ਹੋਰ ਉਹਨੂੰ ਕੋਈ ਚੰਗੀ ਇਹੋ ਜਿਹੀ ਨੌਕਰੀ ਦਵਾਏਗਾ, ਕਾਰੋਬਾਰ ਕਰਾਏਗਾ ਕੋਈ। ਪਰ ਜੀ ਮੈਂ ਸਮਝਦਾ ਕਿ ਕੀਰਤਨ ਦੀ ਦਾਤ ਪੈਸੇ ਦੇ ਨਾਲ, ਸਿਆਣਪਿਆਂ ਦੇ ਨਾਲ ਪ੍ਰਾਪਤ ਨਹੀਂ ਹੁੰਦੀ। ਇਸ ਪਿੱਛੇ ਬੜੀ ਵੱਡੀ ਇੱਕ ਤਪੱਸਿਆ ਹੁੰਦੀ ਹੈ, ਮਿਹਨਤ ਹੁੰਦੀ ਹੈ, ਤਪ ਹੁੰਦਾ ਹੈ, ਜਿਸ ਦੀ ਤੁਸੀਂ ਗੱਲ ਕਰ ਰਹੇ ਸੀ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਆਪ ਜੀ ਨੂੰ ਦੱਸਿਆ ਕਿ ਭਾਈ ਸਾਹਿਬ ਹਰਨਾਮ ਸਿੰਘ ਜੀ ਦੇ ਵੀ ਪਿਛੋਕੜ ਇੱਕ ਇਹੋ ਜਿਹੇ ਪਰਿਵਾਰ ਨਾਲ ਹੀ ਸੰਬੰਧ ਰੱਖਦਾ ਹੈ ਕਿ ਉਹਨਾਂ ਦੇ ਪਿਤਾ ਜੀ ਇੱਕ ਗੁਰੂ ਘਰ ਦੇ ਗ੍ਰੰਥੀ ਸਾਹਿਬ ਸਨ, ਕਥਾ ਕਰਦੇ ਸਨ, ਨਾਲ ਕੀਰਤਨ ਵੀ ਕਰਦੇ ਸਨ। ਸੋ ਭਾਈ ਸਾਹਿਬ ਜੀ ਉਸੇ ਗਰੀਬੀ ਦੇ ਪਰਿਵਾਰ ਚੋਂ ਉੱਠ ਕੇ, ਇੱਕ ਬਰਨਾਲੇ ਸ਼ਹਿਰ ਤੋਂ ਉੱਠ ਕੇ ਜਦੋਂ ਉਸ ਅੱਜ ਇਸ ਰੁਤਬੇ ਤੇ ਪਹੁੰਚੇ ਹਨ, ਉਹ ਕੋਈ ਐਵੇਂ ਨਹੀਂ ਪਹੁੰਚੇ। ਉਹਨਾਂ ਦੀ ਬੜੀ ਵੱਡੀ ਇੱਕ ਮਿਹਨਤ ਸੀ, ਕਮਾਈ ਸੀ, ਤਪ ਸੀ, ਬਹੁਤ ਵੱਡੀ। ਉਹਨਾਂ ਨੇ ਜੋ ਕੀਰਤਨ ਦੇ ਰੂਪ 'ਚ ਸੰਗਤ ਨੂੰ ਸ਼ਬਦ ਦੇ ਰੂਪ 'ਚ ਇਹ ਜੋੜਿਆ ਹੈ, ਇਹ ਮੈਂ ਸਮਝਦਾ ਕਿ ਭਾਈ ਸਾਹਿਬ ਜੀ ਨੇ ਬੜੀ ਮਿਹਨਤ ਕੀਤੀ ਹੈ। ਕਿਉਂਕਿ ਘਰ-ਬਾਰ ਛੱਡਣਾ ਪੈਂਦਾ ਹੈ, ਦੇਸ਼ਾਂ ਵਿਦੇਸ਼ਾਂ ਵੀ ਜਾਣਾ ਪੈਂਦਾ ਹੈ, ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ, ਪਰਿਵਾਰ ਦਾ ਮੋਹ ਵੀ ਕਈ ਵਾਰ ਤਿਆਗਣਾ ਪੈਂਦਾ ਹੈ, ਸਮਾਂ ਬਾਹਰ ਰਹਿਣਾ ਪੈਂਦਾ ਹੈ। ਸੋ ਭਾਈ ਸਾਹਿਬ ਜੀ ਨੇ ਇਹ ਸਾਰਾ ਕੁਝ ਹੀ ਆਪਣੇ ਪਿੰਡੇ ਤੇ ਹੰਡਾਇਆ, ਗਰੀਬੀ ਵੀ ਹੰਡਾਈ ਹੈ, ਪੂਰੀ ਮਿਹਨਤ ਵੀ ਕੀਤੀ ਹੈ, ਉਹਨਾਂ ਮਜਬੂਰੀਆਂ ਚੋਂ ਲੰਘੇ ਵੀ ਹਨ। ਅਸੀਂ ਵੀ ਸਾਰੇ ਉਹਨਾਂ ਮਜਬੂਰੀਆਂ ਚੋਂ, ਉਸ ਗਰੀਬੀ ਚੋਂ ਉੱਠ ਕੇ ਇੱਥੇ ਤੱਕ ਪਹੁੰਚੇ ਹਾਂ। ਸੋ ਭਾਈ ਸਾਹਿਬ ਜੀ ਦਾ ਪਿਛੋਕੜ ਦੀ ਤੁਸੀਂ ਗੱਲ ਕੀਤੀ ਹੈ, ਮੈਂ ਤਕਰੀਬਨ ਉਹਨਾਂ ਨੂੰ ਪਿਛਲੇ 30 ਸਾਲ ਤੋਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ। ਜਦੋਂ ਉਹ ਜਲੰਧਰ ਵੀ ਹਜ਼ੂਰੀ ਰਾਗੀ ਦੇ ਤੌਰ ਤੇ ਸਿੰਘ ਸਭਾ ਗੁਰਦੁਆਰਾ ਸੇਵਾ ਕਰ ਰਹੇ ਸਨ, ਜਦੋਂ ਦਰਬਾਰ ਸਾਹਿਬ ਵੀ ਲੱਗਣਾ ਸੀ, ਕਿਉਂਕਿ ਮੈਂ 1987 ਚ ਮੇਰੀ ਸੇਵਾ ਸ਼ੁਰੂ ਹੋ ਗਈ ਸੀ ਦਰਬਾਰ ਸਾਹਿਬ ਕੇ, ਤੇ ਮੇਰੇ ਨਾਲ ਵੀ ਉਹਨਾਂ ਨੇ ਇੱਕ ਦੋ ਵਾਰੀ ਸਲਾਹ ਕੀਤੀ ਕਿ ਭਾਈ ਸਾਹਿਬ ਜੀ ਮੈਨੂੰ ਮੌਕਾ ਮਿਲ ਰਿਹਾ, ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇੱਕ ਤਾਂ ਮੇਰੇ ਸ਼ਹਿਰ ਦੇ ਹੋ, ਚਲੋ ਇੱਕ ਇਹ ਵੀ ਖੁਸ਼ੀ ਹੁੰਦੀ ਹੈ, ਤੇ ਦੂਸਰੀ ਗੱਲ ਮੈਂ ਕਿਹਾ ਤੁਸੀਂ ਚੰਗੇ ਕੀਰਤਨੀ ਹੋ, ਜੇ ਤੁਹਾਨੂੰ ਮੌਕਾ ਮਿਲਦਾ ਦਰਬਾਰ ਸਾਹਿਬ ਆਉਣ ਦਾ, ਤੁਸੀਂ ਜ਼ਰੂਰ
ਗੁਰੂ ਰਾਮਦਾਸ ਪਿਤਾ ਦੀ ਇਸ ਬਖਸ਼ਿਸ਼ ਨੂੰ ਪ੍ਰਾਪਤ ਕਰੋ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੁਹਾਨੂੰ ਇੱਕ ਸੱਦਾ ਦਿੱਤਾ ਹੈ, ਆਪਣੀ ਗੋਦ ਵਿੱਚ ਬੈਠ ਕੇ ਕੀਰਤਨ ਕਰਨ ਦਾ ਮੌਕਾ ਦਿੱਤਾ ਹੈ। ਸੋ ਭਾਈ ਸਾਹਿਬ ਜੀ ਨੇ ਉੱਥੇ ਕੀਰਤਨ ਦੀ ਸ਼ੁਰੂਆਤ ਕੀਤੀ ਹੈ। ਸੋ ਜਿਹੜੀ ਤੁਸੀਂ ਗੱਲ ਕੀਤੀ ਤਪ ਦੀ, ਇਸ ਪਿੱਛੇ ਇੱਕ ਬਹੁਤ ਵੱਡੀ ਮਿਹਨਤ ਹੁੰਦੀ ਹੈ, ਤਪੱਸਿਆ ਹੁੰਦੀ ਹੈ, ਤਪ ਹੁੰਦੀ ਹੈ, ਰਿਆਜ਼ ਹੁੰਦਾ ਹੈ, ਜੋ ਭਾਈ ਸਾਹਿਬ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਰਹਿ ਕੇ ਵੀ ਅਤੇ ਹੋਰ ਉਸਤਾਦਾਂ ਦੇ ਸ਼ਰਨ ਵਿੱਚ ਰਹਿ ਕੇ ਵੀ ਉਹ ਕਮਾਈ ਕੀਤੀ ਹੈ। ਤੇ ਦੂਸਰੀ ਗੱਲ ਹੈ ਕਿ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਵੀ ਇਹ ਵਡਿਆਈਆਂ ਨਹੀਂ ਪ੍ਰਾਪਤ ਹੋਈਆਂ। ਮਿਹਨਤ ਤਾਂ ਸਾਰੇ ਕਰਦੇ ਹਨ, ਗੁਣੀ ਜਨ ਤਾਂ ਬਹੁਤ ਵੱਡੇ ਵੱਡੇ ਬੈਠੇ ਹਨ। ਇਹੋ ਜਿਹੇ ਮੈਂ ਗੁਣੀ ਜਨ ਦੇਖੇ ਹਨ ਕਿ ਮੇਰੇ ਤੋਂ ਬਹੁਤ ਛੋਟੀ ਉਮਰ ਦੇ ਬੱਚੇ, ਜਿਨ੍ਹਾਂ ਨੂੰ ਮੈਂ ਕਹਿ ਸਕਦਾ ਮੇਰੇ ਬੱਚਿਆਂ ਵਰਗੇ, ਉਹ ਇੰਨੇ ਸਿਆਣੇ ਹਨ ਗੁਣ ਪੱਖੋਂ ਕਿ ਸਾਨੂੰ ਉਹਨਾਂ ਦੇ ਬੈਠ ਕੇ ਸਾਹਮਣੇ ਕੀਰਤਨ ਵੀ ਕਈ ਵਾਰ ਸ਼ਰਮ ਆਉਂਦੀ ਕਿ ਅਸੀਂ ਇਹਨਾਂ ਦੇ ਬਿਲਕੁਲ ਵੀ ਪਾਸਕੂ ਵੀ ਨਹੀਂ ਹਾਂ, ਜਿੰਨੀ ਇਹਨਾਂ ਬੱਚੇ ਨੇ ਮਿਹਨਤ ਕੀਤੀ ਹੈ। ਪਰ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਕਿੰਨਾ ਪਿਆਰ ਬਖਸ਼ਿਸ਼ ਕੀਤਾ ਹੈ, ਕਿੰਨਾ ਲਾਡ ਬਖਸ਼ਿਸ਼ ਕੀਤਾ ਹੈ, ਆਪਣੀ ਸ਼ਰਨ ਵਿੱਚ ਰੱਖਿਆ, ਆਪਣੇ ਦਰ ਤੇ ਬੈਠ ਕੇ ਕੀਰਤਨ ਕਰਨ ਦਾ ਸਤਿਗੁਰੂ ਜੀ ਸਾਨੂੰ ਸੇਵਾ ਦਾ ਮੌਕਾ ਦੇ ਰਹੇ ਹਨ, ਇਹਨਾਂ ਸਾਨੂੰ ਮਾਨਸਿਕਤਾ ਦੇ ਰਹੀਆਂ ਹਨ। ਤੇ ਮੈਂ ਸਮਝਦਾ ਕਿ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ ਤੇ ਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ ਹੈ। ਇਸੇ ਤਰ੍ਹਾਂ ਭਾਈ ਹਰਨਾਮ ਸਿੰਘ ਜੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਤੇ ਉਹਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਪਣੇ ਸ਼ਰਨ ਵਿੱਚ, ਆਪਣੇ ਚਰਨਾਂ 'ਚ ਬਿਠਾ ਕੇ ਇਹ ਕੀਰਤਨ ਦੀ ਦਾਤ, ਸੇਵਾ ਕਰਨ ਦਾ ਮੌਕਾ ਸਤਿਗੁਰੂ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ, ਜਿਸ ਨੂੰ ਭਾਈ ਸਾਹਿਬ ਜੀ ਬੜੇ ਹੀ ਬਖੂਬੀ ਤਰੀਕੇ ਦੇ ਨਾਲ ਹੁਣ ਤੱਕ ਨਿਭਾ ਰਹੇ ਸਨ। ਜੀ ਬਿਲਕੁਲ। ਭਾਈ ਗੁਰਦੇਵ ਸਿੰਘ ਜੀ, ਤੁਸੀਂ ਦੱਸਿਆ ਕਿ ਤੁਸੀਂ ਲੰਬੇ ਸਮੇਂ ਤੱਕ ਉਹਨਾਂ ਦੀ ਦੋਸਤੀ ਨਾਲ ਜੁੜੇ ਰਹੇ ਹੋ। ਜ਼ਰੂਰ ਉਹਨਾਂ ਕੁਝ ਸਾਡੇ ਨਾਲ ਯਾਦਾਂ ਉਹਨਾਂ ਦੀਆਂ ਤਾਜ਼ਾ ਕਰੋ, ਜਿਸ ਵਿੱਚ ਉਹ ਹੱਸਦੇ ਸਨ, ਕਦੀ ਮਜ਼ਾਕ ਕਰਦੇ ਸਨ, ਕਿਉਂਕਿ ਉਹਨਾਂ ਦੀ ਹਸਤੀ ਹਮੇਸ਼ਾ ਇੱਕ ਗੁਰੂ ਦੇ ਰੂਪ ਵਿੱਚ ਅਸੀਂ ਦੇਖੀ ਹੈਗੀ, ਗੁਰੂ ਦੇ ਸੰਗਤ ਨਾਲ ਜੁੜਦੇ ਹੋਏ ਅਸੀਂ ਦੇਖੀ ਹੈਗੀ ਹੈ। ਉਹਨਾਂ ਦਾ ਅਸੀਂ ਜਾਣਨਾ ਚਾਹਾਂਗੇ ਜ਼ਿੰਦਗੀ ਦਾ ਦੂਜਾ ਪੱਖ ਵੀ, ਕਿ ਉਹ ਜਦੋਂ ਮਜ਼ਾਕ ਕਰਦੇ ਸਨ ਕਿਸ ਤਰ੍ਹਾਂ ਦੇ ਹੁੰਦੇ ਸਨ, ਯਾਰਾਂ ਦੋਸਤਾਂ ਵਿੱਚ ਵਿਚਰਦੇ ਸਨ ਤਾਂ ਕਿਸ ਤਰ੍ਹਾਂ ਦੇ ਹੁੰਦੇ ਸਨ, ਉਹਨਾਂ ਦਾ ਮਿਜਾਜ਼ ਉਸ ਸਮੇਂ ਕਿਸ ਤਰ੍ਹਾਂ ਦਾ ਹੁੰਦਾ ਸੀ। ਮੈਂ ਭਾਈ ਸਾਹਿਬ ਜੀ ਨੂੰ ਜਦੋਂ ਕਦੀ ਅਸੀਂ ਰੋਡ ਤੇ ਜ਼ਿਆਦਾਤਰ ਇਕੱਠੇ ਹੁੰਦੇ ਸੀ, ਜਦੋਂ ਦਿੱਲੀ ਜਾਣਾ, ਤੇ ਮੇਰਾ ਸੁਭਾਅ ਇਸ ਤਰ੍ਹਾਂ ਦਾ ਕਿ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਜਦੋਂ ਵੀ ਕੋਈ ਭਾਈ ਸਾਹਿਬ ਮਿਲਣ, ਮੈਂ ਉਹਨਾਂ ਨੂੰ ਕਹਿਣਾ ਨਾ ਕਿ ਜਾਂ ਤੁਸੀਂ ਮੇਰੇ ਨਾਲ ਬੈਠ ਜਾਓ ਜਾਂ ਮੈਂ ਤੁਹਾਡੇ ਨਾਲ ਬੈਠ ਜਾਣਾ, ਚਲੋ ਇਕੱਠੇ ਸਫ਼ਰ ਕਰਦੇ। ਅਕਸਰ ਹੀ ਕਈ ਵਾਰੀ ਅਸੀਂ ਰਾਗੀ ਸਿੰਘ ਇੱਕ ਦੂਜੇ ਨਾਲ ਗੱਡੀਆਂ 'ਚ ਬਹਿ ਕੇ ਗੱਲਾਂ ਬਾਤਾਂ ਕਰਦੇ ਜਾਂਦੇ। ਮੈਂ ਉਹਨਾਂ ਨੂੰ ਕਈ ਵਾਰੀ ਅਸੀਂ ਦਿੱਲੀ ਜਾਣਾ ਤੇ ਅਸੀਂ ਰਸਤੇ ਵਿੱਚ ਇਕੱਠੇ ਹੋ ਜਾਣਾ ਤੇ ਮੈਂ ਵੇਖਣਾ ਕਿ ਉਹਨਾਂ ਵਿੱਚ ਇੰਨੀ ਜ਼ਿਆਦਾ એનર્ਜੀ ਲੈਵਲ ਇੰਨਾ ਅਪ ਹੈ ਉਹਨਾਂ ਦਾ ਕਿ ਥੱਕਦੇ ਨਹੀਂ। ਕਈ ਵਾਰੀ ਆਪਾਂ ਸੋਚਦੇ ਵੀ ਹੁਣ ਘੰਟਾ ਗੱਲਾਂ ਕਰ ਲਈਆਂ ਤੇ ਜਾਂ ਆਪਾਂ ਹੁਣ ਬੋਲ ਬਲਈਆ ਕਰ ਲਿਆ ਤੇ ਚਲੋ ਬਸ ਕਰੀਏ, ਆਰਾਮ ਕਰੀਏ। ਉਹਨਾਂ ਨੇ ਬਿਲਕੁਲ ਹੱਸਦੇ ਰਹਿਣਾ, ਬਿਲਕੁਲ ਖੁਸ਼ ਰਹਿਣਾ, ਇੱਕ ਦੂਜੇ ਦੇ ਨਾਲ ਏਦਾਂ ਮਿਕਸ ਰਹਿਣਾ ਵੀ ਕੋਈ ਥਕਾਵਟ ਉਹਨਾਂ ਦੀ ਚੀਜ਼ ਹੀ ਨਹੀਂ ਲੱਗਦੀ। ਔਰ ਸਾਨੂੰ ਪਤਾ ਨਹੀਂ ਚੱਲਦਾ ਹੁੰਦਾ ਸੀ ਜਲੰਧਰ ਤੋਂ ਅਸੀਂ ਕਦੋਂ ਇਕੱਠੇ ਹੋਏ ਤੇ ਦਿੱਲੀ ਕਦੋਂ ਪਹੁੰਚ ਗਏ ਜੀ। ਔਰ ਖੂਬ ਸਾਡੇ ਵਿੱਚ ਹਾਸਾ ਮਜ਼ਾਕ ਉਹਨਾਂ ਨੇ ਕਰਨਾ ਵੀ ਕਈ ਵਾਰੀ ਉਹਨਾਂ ਨੇ ਇੱਦਾਂ ਵੀ ਕਹਿਣਾ ਵੀ ਆਪਾਂ ਸਾਰਾ ਦਿਨ ਪਰਿਵਾਰਾਂ ਦੇ ਬਾਰੇ ਵੀ ਸੋਚਦੇ ਹਾਂ ਜਾਂ ਸੰਗਤ ਬਾਰੇ ਸੋਚਦੇ ਹਾਂ, ਆਹ ਟਾਈਮ ਹੈ ਜਿਹੜਾ ਆਪਣੇ ਲਈ ਆਪਾਂ ਖੁਸ਼ੀ ਮਨਾਉਣ ਦਾ ਟਾਈਮ ਹੈ। ਕਈ ਥਾਂ ਤੇ ਖਲੋ ਕੇ ਜਲ ਪਾਣੀ ਛਕਣਾ, ਆਖਣਾ ਛਕੀਏ ਯਾਰ ਕੁਛ ਛਕੀਏ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨਾਂ ਸਾਡੇ ਨਾਲ ਕਰਦੇ ਆ। ਬਿਲਕੁਲ। ਭਾਈ ਬਲਵਿੰਦਰ ਸਿੰਘ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜੇਕਰ ਅਸੀਂ ਸਿਆਸਤ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਹੈ ਕਿ ਭਾਈ ਹਰਨਾਮ ਸਿੰਘ ਜੀ ਵੀ ਸਿਆਸਤ ਵੱਲ ਉਹਨਾਂ ਦਾ ਕੋਈ ਰੁਝਾਨ ਸੀਗਾ? ਕਿਉਂਕਿ ਜਦੋਂ ਅਸੀਂ ਆਪਣੇ 1 ਸਤੰਬਰ ਦੇ ਪ੍ਰੋਗਰਾਮ ਵਿੱਚ ਉਹਨਾਂ ਨੂੰ ਸੱਦਿਆ ਸੀਗਾ ਔਰ ਉਹਨਾਂ ਨੇ ਆ ਕੇ ਸਿਆਸਤ ਨੂੰ ਤਾਂ ਬਹੁਤ ਦੂਰ ਰੱਖਿਆ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਵਿੱਚ ਇਹ ਜ਼ਰੂਰ ਝਲਕਿਆ ਸੀਗਾ ਕਿ ਰਾਗੀ ਸਿੰਘਾਂ ਤੇ ਵੀ ਸਿਆਸਤ ਜਿਹੜੀ ਹੈ ਭਾਰੀ ਹੋ, ਔਰ ਅੱਜ ਦੇ ਕਰੋਨਾ ਦੇ ਸਮੇਂ ਵਿੱਚ ਵੀ ਉਹਨਾਂ ਦੀ ਬਾਹ ਫੜਨ ਵਾਲੇ ਲੋਕ ਅੱਗੇ ਆਉਣੇ ਚਾਹੀਦੇ ਨੇ। ਵੀਰ ਜੀ, ਇਹ ਜਿੱਥੋਂ ਤੱਕ ਭਾਈ ਸਾਹਿਬ ਜੀ ਦਾ ਸਵਾਲ ਹੈ, ਅਸੀਂ ਉਹਨਾਂ ਨੂੰ ਨਹੀਂ ਦੇਖਿਆ ਵੀ ਉਹ ਕਦੀ ਸਿਆਸਤ ਵਾਲੇ ਪਾਸੇ ਗਏ ਹੋਣ। ਪਰ ਜਿਹੜੀ ਗੱਲ ਜਿਸ ਤਰ੍ਹਾਂ ਉਹਨਾਂ ਨੇ ਕੀਤੀ ਆ ਆਪਣੇ ਪ੍ਰਚਾਰਕਾਂ ਵਾਸਤੇ, ਪ੍ਰਚਾਰਕਾਂ ਦੇ ਦਰਦ ਨੂੰ ਉਹਨਾਂ ਨੇ ਬਿਆਨਿਆ ਔਰ ਸੰਗਤ ਨੂੰ, ਕਮੇਟੀਆਂ ਨੂੰ ਇਹ ਬੇਨਤੀ ਕੀਤੀ ਵੀ ਇਹਨਾਂ ਦੀ ਬਾਹ ਫੜੀ ਜਾਏ, ਉਹ ਸਿਆਸਤ ਨਹੀਂ ਆ, ਉਹ ਆਪਣੇ ਵੀਰਾਂ ਦਾ ਇੱਕ ਦਰਦ ਆ, ਆਪਣੇ ਪ੍ਰਚਾਰਕਾਂ ਪ੍ਰਤੀ ਇੱਕ ਦਰਦ ਆ ਜੋ ਇੱਕ ਪ੍ਰਚਾਰਕ ਦੇ ਮਨ ਵਿੱਚ, ਇੱਕ ਗੁਰਸਿੱਖ ਦੇ ਮਨ 'ਚ ਹੋਣਾ ਚਾਹੀਦਾ। ਉਹਨਾਂ ਦੇ ਵਿੱਚ ਬਾਖੂਬੀ ਬਹੁਤ ਜ਼ਿਆਦਾ ਸੀ, ਜਿਸ ਕਰਕੇ ਉਹਨਾਂ ਨੇ ਸੰਗਤ ਨੂੰ ਆਪ ਬੇਨਤੀ ਇਸ ਵਾਸਤੇ ਕੀਤੀ ਵੀ ਆਪਣੇ ਪ੍ਰਚਾਰਕਾਂ ਦੀ ਬਾਹ ਫੜੀ ਜਾਏ, ਕਿਉਂਕਿ ਉਹ ਇਸ ਦਰਦ ਨੂੰ ਜਾਣਦੇ ਨੇ। ਇਸ ਵਾਸਤੇ ਉਹਨਾਂ ਦਾ ਵੀਰ ਜੀ ਸਿਆਸਤ, ਇਹਦੇ ਵਿੱਚ ਸਿਆਸਤ ਨਾਲ ਨਹੀਂ, ਨਾ ਅਸੀਂ ਉਹਨਾਂ ਨੂੰ ਕਦੀ ਸਿਆਸਤ ਵੱਲ ਦੇਖਿਆ। ਅਸੀਂ ਤਾਂ ਉਹਨਾਂ ਨੂੰ ਕੀਰਤਨ ਕਰਦੇ, ਸੰਗਤਾਂ ਨੂੰ ਕੀਰਤਨ ਸੁਣਾਉਂਦੇ ਦੇਖਿਆ ਤੇ ਸੰਗਤ ਦੇ ਨਾਲ ਕੀਰਤਨ ਕਰਦੇ ਵੇਖਿਆ। ਇਹ ਗੱਲ ਭਾਈ ਕਮਲਜੀਤ ਸਿੰਘ ਉਹਨਾਂ ਨੇ ਬਿਲਕੁਲ ਸਹੀ ਕਹੀ, ਕਿਉਂਕਿ ਦਾਸ
ਗੁਰਦੁਆਰਾ ਕਲਗੀਧਰ ਲੁਧਿਆਣੇ ਜਦੋਂ ਡਿਊਟੀ ਅਸੀਂ ਕਰਦੇ ਸੀ ਇੱਥੇ ਭਰਤੀ ਹੋਣ ਤੋਂ ਪਹਿਲਾਂ, ਤੇ ਭਾਈ ਸਾਹਿਬ ਨੇ ਅਕਸਰ ਉੱਥੇ ਕੀਰਤਨ ਕਰਨ ਜਾਂਦੇ ਹੁੰਦੇ ਸੀ ਤੇ ਦਾਸ ਵੀ ਉੱਥੇ ਡਿਊਟੀ ਕਰਦੇ ਸੀ। ਜਦੋਂ ਭਾਈ ਸਾਹਿਬ ਹੁਣੀ ਕੀਰਤਨ ਸ਼ੁਰੂ ਕਰਦੇ ਸਨ, ਸੰਗਤਾਂ ਨਾਲ ਦੀ ਨਾਲ ਉਹਨਾਂ ਤੋਂ ਵੱਧ ਕੇ ਨਾਲ ਬੋਲਦੀਆਂ ਸਨ। ਔਰ ਮੈਂ ਸਮਝਦਾ ਜੀ ਇਹ ਇੱਕ ਕੀਰਤਨੀਆਂ ਦੀ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਉਸ ਵੇਲੇ ਸਮਝਿਆ ਜਾਂਦਾ ਵੀ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਉਸ ਵੇਲੇ ਇਹ ਪ੍ਰਾਪਤੀ ਮੰਨੀ ਜਾਂਦੀ ਹੈ। ਆਪਣੇ ਆਪ ਨੂੰ ਇੱਕ ਤਸੱਲੀ ਹੁੰਦੀ ਹੈ ਵੀ ਹਾਂ ਮੈਨੂੰ ਗੁਰੂ ਨੇ ਪ੍ਰਵਾਨ ਕੀਤਾ, ਮੇਰੀ ਸੰਗਤ ਨੇ, ਗੁਰੂ ਕੀ ਸੰਗਤ ਨੇ ਮੈਨੂੰ ਪ੍ਰਵਾਨ ਕੀਤਾ ਤੇ ਮੇਰੇ ਗੁਰੂ ਨੇ ਮੇਰੇ ਕੀਰਤਨ ਨੂੰ ਪ੍ਰਵਾਨ ਕੀਤਾ, ਕਿਉਂਕਿ ਸੰਗਤ ਵਿੱਚ ਸਤਿਗੁਰੂ ਵਸਦੇ ਨੇ। ਤੇ ਭਾਈ ਸਾਹਿਬ ਜੀ ਸੰਗਤ ਨਾਲ ਜੁੜੇ ਹੋਏ ਸਨ, ਸਿਆਸਤ ਨਾਲ ਅਸੀਂ ਉਹਨਾਂ ਨੂੰ ਕਦੀ ਉਸ ਪੱਖ ਨੂੰ ਅਸੀਂ ਦੇਖਿਆ ਹੀ ਨਹੀਂ ਹੈ ਜੀ। ਬਿਲਕੁਲ, ਮੇਰਾ ਕਹਿਣ ਦਾ ਵੀ ਭਾਵ ਇਹ ਸੀਗਾ ਕਿ ਉਹ ਸਿਆਸਤ ਨਾਲ ਨਹੀਂ ਜੁੜੇ ਹੋਏ, ਬਲਕਿ ਮੇਰਾ ਕਹਿਣ ਦਾ ਭਾਵ ਇਹ ਸੀਗਾ ਕਿ ਉਹ ਸਿਆਸਤ ਤੋਂ ਦੂਰ ਰਹਿਣਾ ਪਸੰਦ ਕਰਦੇ ਸਨ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜ਼ਰੂਰ ਲੱਗਦਾ ਸੀਗਾ ਕਿ ਰਾਗੀ ਸਿੰਘ ਜਿਹੜੇ ਨੇ ਉਹ ਸਿਆਸਤ ਦਾ ਸ਼ਿਕਾਰ ਹੋ ਰਹੇ ਨੇ। ਮੈਂ ਤੁਹਾਡੇ ਤੋਂ ਇਹ ਸਵਾਲ ਕੀਤਾ ਸੀ ਕਿ ਉਹਨਾਂ ਨੂੰ ਲੱਗਦਾ ਸੀਗਾ, ਕਿਉਂਕਿ ਮੈਂ ਹੁਣ ਤੁਹਾਨੂੰ ਸੁਣਾਉਣਾ ਚਾਹਾਂਗਾ ਕਿ ਉਹਨਾਂ ਦੀ ਉਹ ਆਖਰੀ ਸ਼ਬਦ ਜੋ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਸੀਗੇ, ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਵੀ ਉਹ ਸੁਣਾਉਣਾ ਚਾਹਾਂਗਾ ਕਿ ਉਹਨਾਂ ਨੇ ਅਪੀਲ ਕੀਤੀ ਸੀ ਐਸਜੀਪੀਸੀ ਨੂੰ, ਉਹਨਾਂ ਨੇ ਅਪੀਲ ਕੀਤੀ ਸੀ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਨੂੰ, ਉਹਨਾਂ ਨੇ ਅਪੀਲ ਕੀਤੀ ਸੀ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਕਿ ਉਹ ਅੱਗੇ ਆਉਣ ਅਤੇ ਉਹਨਾਂ ਗੁਰਦੁਆਰਾ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲੈਣ ਜੋ ਅੱਜ ਦੇ ਸਮੇਂ ਵਿੱਚ ਦਰ ਦੀਆਂ ਕੁਝ ਪੈਸਿਆਂ ਦੇ ਲਈ ਮੁਹਤਾਜ ਹੋ ਰਹੇ ਨੇ, ਕਿਉਂਕਿ ਉੱਥੇ ਲੰਗਰ ਸਮੱਗਰੀ ਖਤਮ ਹੋ ਰਹੀ ਹੈ, ਉੱਥੇ ਰਾਗੀ ਸਿੰਘਾਂ ਨੂੰ ਉਹਨਾਂ ਦੀ ਤਨਖਾਹ ਨਹੀਂ ਮਿਲ ਰਹੀ। ਸੋ ਇੱਕ ਵਾਰੀ ਮੈਂ ਜ਼ਰੂਰ ਚਾਹਾਂਗਾ ਕਿ ਉਹਨਾਂ ਦੇ ਆਖਰੀ ਸ਼ਬਦ ਦੇਖ ਲਈਏ, ਉਹਨਾਂ ਨੇ ਕੀ ਕੁਝ ਕਿਹਾ ਸੀਗਾ ਅਪੀਲ ਕਰਦਿਆਂ ਹੋਇਆਂ। ਭਾਈ ਹਰਨਾਮ ਸਿੰਘ ਜੀ, ਇੱਥੇ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਜਿਵੇਂ ਕਿ ਜਸਵੰਤ ਸਿੰਘ ਜੀ ਕਹਿ ਰਹੇ ਸਨ, ਸਿਆਸਤ ਅੱਜ ਹਰ ਕਿਸੇ ਤੇ ਭਾਰੂ ਹੋ ਰਹੀ ਹੈ। ਹਰ ਗੁਰਦੁਆਰਾ ਸਾਹਿਬਾਨਾਂ ਵਿੱਚ ਵੱਖ-ਵੱਖ ਪ੍ਰਬੰਧਕ ਕਮੇਟੀਆਂ ਸਿਆਸਤ ਕਰ ਰਹੀਆਂ ਨੇ। ਡੀਐਸਜੀਐਮਸੀ ਦੀ ਗੱਲ ਕਰੀਏ, ਐਸਜੀਪੀਸੀ ਦੀ ਗੱਲ ਕਰੀਏ, ਕਿਤੇ ਨਾ ਕਿਤੇ ਸਿਆਸਤ ਇਹਨਾਂ ਪ੍ਰਬੰਧਕ ਕਮੇਟੀਆਂ ਤੇ ਬਹੁਤ ਜ਼ਿਆਦਾ ਭਾਰੂ ਹੈ ਅਤੇ ਇਹੀ ਕਾਰਨ ਹੈ, ਇੱਕ ਵੱਡਾ ਕਾਰਨ ਹੈ ਕਿ ਅੱਜ ਰਾਗੀ ਸਿੰਘਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਸੇਵਾਦਾਰਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕੀ ਕਹਿਣਾ ਚਾਹੋਗੇ ਇੱਥੇ ਤੁਸੀਂ? ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਦੀ ਜ਼ਬਾਨ ਬਣਵਾਓ ਸੇਵਾਦਾਰਾਂ ਦੀ, ਕਿਉਂਕਿ ਅੱਜ ਤੁਹਾਨੂੰ ਲੱਖਾਂ ਲੋਕ ਜ਼ਰੂਰ ਦੇਖ ਰਹੇ ਹੋਣਗੇ, ਉਹ ਚਾਹਣਗੇ ਕਿ ਉਹਨਾਂ ਦੀ ਗੱਲ ਤੁਹਾਡੇ ਜ਼ਰੀਏ ਆਮ ਲੋਕਾਂ ਨੂੰ ਪਤਾ ਚੱਲੇ। ਬਿਲਕੁਲ ਜੀ, ਤੁਸੀਂ ਭਲਿੰਦਰ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਹੋ। ਜਿਵੇਂ ਪ੍ਰਧਾਨ ਜੀ ਨੇ ਹੁਣੇ ਦੱਸਿਆ ਕਿ ਰਾਏਪੁਰ ਤੋਂ ਇਹਨਾਂ ਦੇਖੋ ਕਿੰਨਾ ਵੱਡਾ ਇਹਨਾਂ ਨੇ ਉਦਮ ਕੀਤਾ, ਬੈਠੇ ਬੈਠੇ ਇਹਨਾਂ ਦੇ ਮਨ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਇਹਨਾਂ ਨੇ ਵਿਚਾਰ ਦੇ ਦਿੱਤੇ। ਤੇ ਮੇਰੀ ਇਹ ਅਪੀਲ ਹੈ ਪੂਰੀ ਸਿੱਖ ਕੌਮ ਨੂੰ, ਜਿਨ੍ਹਾਂ ਤੇ ਵੀ ਕਿਰਪਾ ਹੈ ਗੁਰੂ ਮਹਾਰਾਜ ਦੀ, ਜਿਨ੍ਹਾਂ ਕੋਲ ਗੁਰੂ ਸਾਹਿਬ ਨੇ ਮਾਇਆ ਦਿੱਤੀ ਹੈ ਖੁੱਲ ਕੇ ਉਹ ਅੱਗੇ ਆਉਣ। ਔਰ ਜਿਹੜੀ ਵਿਦੇਸ਼ਾਂ ਦੀ ਗੱਲ ਹੈ ਉੱਥੇ ਤੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਕਿਰਪਾ, ਸਾਰੇ ਗੁਰੂ ਕੇ ਪਿਆਰ ਵਾਲੇ ਲਾਡਲੇ ਬੈਠੇ ਨੇ, ਉਹਨਾਂ ਦੇ ਉਦਮ ਦੇ ਨਾਲ ਜਿੰਨੇ ਵੀ, ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਜਿਹੜੇ ਆਜ਼ਾਦ ਵਿਚਰਦੇ ਨੇ ਸਾਡੇ ਪਾਰਟੀ ਰਾਗੀ ਢਾਡੀ, ਉਹਨਾਂ ਦੀ ਹਾਲਾਤ ਜਿਹੜੇ ਬਹੁਤ ਵਧੀਆ ਨਹੀਂ ਹਨ ਪੰਜਾਬ ਦੇ, ਤੇ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ। ਇੱਕ ਮੈਂ ਤੁਹਾਨੂੰ ਇੱਥੇ ਦੱਸਦਾ, ਜਲੰਧਰ ਦੀ ਗੱਲ, ਇੱਕ ਗੁਰਦੁਆਰਾ ਸਾਹਿਬ ਹੈ, ਮੈਂ ਨਾਂ ਨਹੀਂ ਲਵਾਂਗਾ, ਉੱਥੋਂ ਦੇ ਰਾਗੀ ਸਿੰਘ ਮੇਰੇ ਕੋਲ ਆਏ, ਥੋੜੇ ਦਿਨਾਂ ਦੀ ਗੱਲ ਹੈ, ਕਹਿੰਦੇ ਭਾਈ ਸਾਹਿਬ ਉਹਨਾਂ ਨੇ 3 ਰਾਗੀ ਜਥੇ ਰੱਖੇ ਹੋਏ ਨੇ, 3 ਰਾਗੀ ਜਥੇ। ਉਹ ਕਰੋਨਾ ਕਰਕੇ ਕਹਿੰਦੇ ਵੀ ਸੰਗਤ ਘਟ ਗਈ, ਹੁਣ ਇੱਕ ਜਥੇ ਤੋਂ ਡਿਊਟੀ ਲਾ ਰਹੇ, 2 ਜਥਿਆਂ ਨੂੰ ਮੈਂ ਜਵਾਬ ਦੇਤਾ, ਤਨਖਾਹ ਵੀ ਨਹੀਂ ਦੇ ਰਹੇ, ਅਸੀਂ ਕਿੱਥੇ ਜਾਈਏ? ਤੋ ਇਹ ਹਾਲਾਤ ਬਣੇ ਹੋਣੇ, ਬੜੀ ਮੁਸ਼ਕਲ ਆਈ ਹੋਈ ਹੈ। ਤੇ ਇਹਦੇ ਵਾਸਤੇ ਅਮਰੀਕਾ ਕੈਨੇਡਾ ਬਾਹਰਲੇ ਜਿਹੜੇ ਸਾਡੇ ਪਿਆਰ ਵਾਲੇ ਗੁਰਸਿੱਖ ਵੀਰ ਨੇ, ਇਹਨਾਂ ਨੂੰ ਵੀ ਅੱਗੇ ਆਉਣਾ ਪਏਗਾ। ਤੇ ਜਿਹੜੇ ਇੰਡੀਆ ਵਿੱਚ ਬੈਠੇ ਨੇ, ਜਿਨ੍ਹਾਂ ਕੋਲ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਮਾਇਆ ਜਿਨ੍ਹਾਂ ਕੋਲ ਹੈ, ਉਹ ਆਪੋ ਆਪਣਾ ਦਸਵੰਧ ਕੋਈ ਐਸੀ ਸੰਸਥਾ ਬਣ ਜਾਏ ਪ੍ਰਾਈਵੇਟ, ਜਿਹੜੇ ਕੁਝ ਸੱਜਣ ਅੱਗੇ ਲੱਗ ਜਾਣ, ਉਹ ਮਾਇਆ ਇੱਕ ਥਾਂ ਤੇ ਦਿੱਤੀ ਜਾਏ ਤੇ ਲਿਸਟਾਂ ਬਣ ਜਾਣ, ਪਿੰਡ ਦਰ ਪਿੰਡ, ਸ਼ਹਿਰ ਦਰ ਸ਼ਹਿਰ, ਉਹ ਮਾਇਆ ਏਦਾਂ ਵੰਡ ਕੇ ਉਹਨੂੰ ਦਿੱਤੀ ਜਾਵੇ। ਤੇ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਸੇਵਾ ਏਦਾਂ ਹੋਵੇ। ਵਾਕਈ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਐਕਸਪਲੇਨ ਕੀਤਾ ਸੀਗਾ ਕਿ ਕਿਵੇਂ ਅੱਜ ਵੱਖ-ਵੱਖ ਗੁਰਦੁਆਰੇ ਸਾਹਿਬਾਨਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ। ਭਾਈ ਰਵਿੰਦਰ ਸਿੰਘ ਜੀ, ਤੁਸੀਂ ਵੀ ਜ਼ਰੂਰ ਸੁਣਿਆ ਇਹਨਾਂ ਨੂੰ, ਇਹਨਾਂ ਦੀ ਆਵਾਜ਼ ਵਿੱਚ ਇੱਕ ਦਰਦ ਸੀ, ਇਹਨਾਂ ਦੀ ਆਵਾਜ਼ ਵਿੱਚ ਇੱਕ ਅਪੀਲ ਸੀਗੀ, ਬੇਨਤੀ ਸੀਗੀ ਸਭ ਸਿੱਖ ਜਥੇਬੰਦੀਆਂ ਨੂੰ ਕਿ ਅੱਜ ਦੇ ਸਮੇਂ ਹਮਲਾ ਮਾਰਨ ਦੀ ਜ਼ਰੂਰਤ ਹੈ। ਔਰ ਇੱਥੇ ਅਸੀਂ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਇੱਥੇ ਬਿਲਕੁਲ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਸਿਆਸਤ ਜਿਹੜੀ ਹੈ ਭਾਰੂ ਹੋ ਰਹੀ ਹੈ। ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ, ਕਿਉਂਕਿ ਅੱਜ ਮਦਦ ਦੀ ਜ਼ਰੂਰਤ ਹੈਗੀ ਹੈ ਵੱਖ-ਵੱਖ ਰਾਗੀ ਸਾਹਿਬਾਨਾਂ ਨੂੰ, ਜੋ ਕਿ ਪ੍ਰਾਈਵੇਟ ਤੌਰ ਤੇ ਆਪਣਾ ਕੰਮ ਕਰਦੇ ਨੇ, ਪਰ ਅੱਜ ਕਿਉਂਕਿ ਵੱਖ-ਵੱਖ ਕਿਤੇ ਵੀ ਸਮਾਗਮ ਨਹੀਂ ਹੋ ਰਹੇ, ਵੱਖ-ਵੱਖ ਗੁਰਦੁਆਰੇ ਸਾਹਿਬਾਨਾਂ ਵਿੱਚ ਅੱਜ ਸਿੱਖ ਸੰਗਤ ਨਹੀਂ ਪਹੁੰਚ ਪਾ ਰਹੀ ਕਿਉਂਕਿ ਚੜਾਵਾ ਨਹੀਂ ਚੜ ਪਾ ਰਿਹਾ, ਤਾਂ ਉਹ ਤਨਖਾਹਾਂ ਦੇਣ ਤੋਂ ਵੀ ਵਾਂਝੇ ਹੋ ਰਹੇ ਨੇ। ਤਾਂ ਉਹਨਾਂ ਨੇ ਆਪਣਾ ਪੂਰਾ ਦਰਦ ਬਿਆਨ ਕੀਤਾ ਸੀਗਾ। ਇੱਥੇ ਤੁਸੀਂ ਕੀ ਸਮਝਦੇ ਹੋ ਭਾਈ ਰਵਿੰਦਰ ਸਿੰਘ ਜੀ?
ਜੀ ਬਿਲਕੁਲ ਜੀ, ਇੱਕ ਕੀਰਤਨੀਏ ਹੋਣ ਦੇ ਨਾਤੇ, ਇੱਕ ਪ੍ਰਚਾਰਕ ਹੋਣ ਦੇ ਨਾਤੇ, ਆਪਣੀ ਸ਼੍ਰੇਣੀ ਦਾ, ਆਪਣੇ ਭਰਾਵਾਂ ਦਾ, ਆਪਣੇ ਕੀਰਤਨੀਆਂ ਦਾ ਦੁੱਖ ਦਰਦ ਹੋਰ ਇਸ ਤੋਂ ਜ਼ਿਆਦਾ ਕਿਹੜਾ ਸਮਝ ਸਕਦਾ ਹੈ ਵਿਅਕਤੀ, ਕਿਉਂਕਿ ਜੀ ਇਹ ਸਾਰੇ ਇੱਕ ਸਾਡਾ ਪਰਿਵਾਰ ਹੈ, ਅਸੀਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਹਾਂ। ਇੱਕ ਭਰਾ ਬਿਲਕੁਲ ਆਪਣੇ ਭਰਾ ਦਾ ਦੁੱਖ ਦਰਦ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹੈ, ਇੱਕ ਪਿਤਾ ਆਪਣੇ ਬੱਚੇ ਦਾ ਦੁੱਖ ਜਿਵੇਂ ਸਮਝ ਸਕਦਾ ਹੈ ਕਿ ਉਹ ਬਾਹਰਲਾ ਬੰਦਾ ਨਹੀਂ ਉਹ ਸਮਝ ਸਕਦਾ। ਜਿਵੇਂ ਤੁਹਾਨੂੰ ਜੀ ਪਹਿਲਾਂ ਦੱਸਿਆ ਵੀ ਸਾਡੀਆਂ ਇਹ ਵਰਦੀਆਂ ਦੇਖ ਕੇ, ਸਾਨੂੰ ਕਾਰਾਂ ਦੇਖ ਕੇ ਕਈ ਵਾਰ ਬੜਾ ਵੱਡਾ ਲੋਕਾਂ ਨੂੰ ਭੁਲੇਖਾ ਲੱਗਦਾ ਹੈ ਕਿ ਭਾਈ ਸਾਹਿਬ ਜੀ ਪਤਾ ਨਹੀਂ ਸ਼ੁਰੂ ਤੋਂ ਇਦਾਂ ਹੀ ਕਾਰਾਂ ਤੇ ਸਫ਼ਰ ਕਰਦੇ ਰਹੇ ਹਨ। ਜਦੋਂ ਅਸੀਂ ਜੀ ਹਾਰਮੋਨੀਅਮ ਆਪਣੇ ਫੜ ਕੇ ਬੱਸਾਂ ਦੇ ਉੱਪਰ ਚੜ੍ਹ ਕੇ, ਅੰਦਰ ਵੀ ਸੀਟ ਨਹੀਂ ਸੀ ਹੁੰਦੀ ਬੱਸ ਦੇ, ਤੇ ਅਸੀਂ ਪਿੱਛੋਂ ਹਾਰਮੋਨੀਅਮ ਆਪਣੇ ਮੋਢੇ ਤੇ ਪਾ ਕੇ, ਤਬਲੇ ਆਪਣੇ ਮੋਢੇ ਤੇ ਪਾ ਕੇ ਬੱਸ ਦੇ ਉੱਪਰ ਚੜ੍ਹ ਕੇ ਜਾਣਾ ਪਿੰਡਾਂ 'ਚ ਕੀਰਤਨ ਕਰਨ। ਮੈਨੂੰ ਉਹ ਸਾਡਾ ਜੀ ਸਮਾਂ ਸ਼ਾਇਦ ਹੁਣ ਦੇ ਜਿਹੜੇ ਲੋਕ ਹਨ ਉਹਨਾਂ ਨੇ ਨਹੀਂ ਦੇਖਿਆ। ਉਹਨਾਂ ਨੇ ਸਿਰਫ ਸਾਨੂੰ ਸਟੇਜਾਂ ਤੇ ਕੀਰਤਨ ਕਰਦੇ ਜਾਂ ਸਾਨੂੰ ਇਸੇ ਤਰ੍ਹਾਂ ਪਿਆਰ ਜੋ ਸੰਗਤਾਂ ਨੂੰ ਮਿਲਦਾ ਹੈ ਉਹ ਲੈਂਦੇ ਹੀ ਦੇਖਿਆ ਹੈ। ਪਰ ਭਾਈ ਹਰਨਾਮ ਸਿੰਘ ਜੀ ਨੇ ਜਿਹੜਾ ਇੱਕ ਦਰਦ ਬਿਆਨ ਕੀਤਾ, ਮੈਂ ਸਮਝਦਾ ਕਿ ਬਿਆਨ ਕੀਤਾ ਹੈ, ਉਹ ਉਹਨਾਂ ਦੇ ਦਿਲ ਦਾ ਦਰਦ ਸੀ। ਇਹ ਬਿਲਕੁਲ ਗੱਲ ਜੀ ਠੀਕ ਹੈ ਵੀ ਇਸ ਜੋ ਕਰੋਨਾ ਦੀ ਮਹਾਮਾਰੀ, ਜੋ ਇਹ ਬਿਮਾਰੀ ਹੈ, ਇਸ ਦੇ ਵਿੱਚ ਬਹੁਤ ਸਾਰੇ ਸਾਡੇ ਕੀਰਤਨੀਏ, ਸਾਡੇ ਪ੍ਰਚਾਰਕ, ਸਾਡੇ ਬਹੁਤ ਸਾਰੇ ਗ੍ਰੰਥੀ ਸਾਹਿਬਾਨ, ਸਾਡੇ ਪਾਠੀ ਸਾਹਿਬਾਨ, ਜਾਂ ਜੋ ਕਿਸੇ ਤਰ੍ਹਾਂ ਵੀ ਇਸ ਧਾਰਮਿਕ ਕਿੱਤੇ ਨਾਲ ਜੁੜਿਆ ਹੋਇਆ ਹੈ, ਸੇਵਾ ਕਰ ਰਿਹਾ ਹੈ, ਉਹਨਾਂ ਨੂੰ ਬੜੀ ਵੱਡੀ ਪ੍ਰੋਬਲਮ ਆਈ ਹੈ ਤੇ ਆ ਰਹੀ ਹੈ, ਕਿਉਂਕਿ ਇਹ ਜੀ ਸਮਾਂ ਅੱਜ ਚੱਲਦਾ ਹੀ ਜਾ ਰਿਹਾ, ਅੱਜ ਖਤਮ ਨਹੀਂ ਹੋਇਆ ਕਰੋਨਾ ਦਾ ਟਾਈਮ। ਇਸ ਤਰ੍ਹਾਂ ਵੀ ਅਸੀਂ ਆਪਣੇ ਤੌਰ ਤੇ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਹੈ, ਜਿਨ੍ਹਾਂ ਪਾਠੀ ਸਿੰਘਾਂ ਨੇ, ਜਿਨ੍ਹਾਂ ਗ੍ਰੰਥੀ ਸਿੰਘਾਂ ਨੇ, ਜਿਨ੍ਹਾਂ ਰਾਗੀ ਸਿੰਘਾਂ ਨੇ, ਜਾਂ ਜਿਹੜੇ ਜੀ ਵਿਚਾਰਿਆਂ ਨੂੰ ਕਿਸੇ ਜ਼ਰੂਰਤ ਸੀ, ਮੇਰੇ ਤੱਕ ਜਿਹਨੇ ਪਹੁੰਚ ਕੀਤੀ, ਮੈਂ ਵੀ ਕੋਸ਼ਿਸ਼ ਕੀਤੀ ਹੈ, ਜਿਹੜਾ ਪਿਛਲਾ 6-7 ਮਹੀਨਾ ਸੀ, ਜਿੰਨੀ ਕੁ ਆਪਣੇ ਤੌਰ ਤੇ ਉਹਨਾਂ ਦੀ ਮਾਇਕ ਮਦਦ ਕਰ ਸਕਿਆ, ਜਿੰਨੀ ਕੁ ਮੈਨੂੰ ਸਮਰੱਥਾ ਬਖਸ਼ਿਸ਼ ਕੀਤੀ, ਮੈਂ ਕਰਦਾ ਰਿਹਾ। ਤੇ ਬਾਕੀ ਸਾਡੇ ਕੀਰਤਨੀ ਸਿੰਘ ਤੁਹਾਡੇ ਨਾਲ ਬੈਠੇ ਹਨ, ਬਹੁਤ ਸਿਆਣੇ, ਮੇਰੇ ਤੋਂ ਮੈਂ ਸੁਣਿਆ ਕਿ ਸਿਆਣੇ ਕੀਰਤਨੀ ਹਨ, ਵਧੀਆ ਕੀਰਤਨੀ ਹਨ। ਮੇਰੇ ਭਰਾ ਭਾਈ ਗੁਰਦੇਵ ਸਿੰਘ ਜੀ ਬੈਠੇ ਹਨ, ਭਾਈ ਬਲਵਿੰਦਰ ਸਿੰਘ ਜੀ ਬੈਠੇ ਹਨ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨਾਲ। ਮੇਰੇ ਛੋਟੇ ਵੀਰ ਕਮਲ ਜੀ ਬੈਠੇ ਹਨ, ਜੋ ਕਿ ਭਾਈ ਸਾਹਿਬ ਜੀ ਦੇ ਬੜੇ ਲੰਮੇ ਸਮੇਂ ਤੋਂ ਸਾਥੀ ਰਹੇ ਹਨ, ਉਹਨਾਂ ਨਾਲ ਜੀ ਸਾਈਡ ਤੇ ਕੀਰਤਨ ਦੀ ਸੇਵਾ ਕਰਦੇ ਹਨ। ਅਸੀਂ ਆਪਣੇ ਤੌਰ ਤੇ ਜਿਵੇਂ ਸਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹੈ, ਹੁਣ ਤੱਕ ਵੀ ਅਸੀਂ ਉਹਨਾਂ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜੋ ਸਾਨੂੰ ਮਾਲਕ ਨੇ ਬਖਸ਼ਿਸ਼ ਕੀਤਾ ਹੈ, ਉਸ ਵਿੱਚੋਂ ਅਸੀਂ ਕੁਛ ਨਾ ਕੁਝ ਉਹਨਾਂ ਆਪਣੇ ਭਰਾਵਾਂ ਦੀ, ਆਪਣੇ ਬੱਚਿਆਂ ਦੀ, ਆਪਣੇ ਪ੍ਰਚਾਰਕਾਂ ਦੀ, ਕੀਰਤਨੀਆਂ ਦੀ ਮਦਦ ਕਰ ਸਕੀਏ। ਪਰ ਭਾਈ ਜੀ ਸਾਹਿਬ ਜੀ ਦੀ ਜਿਹੜੀ ਉਹ ਗੱਲ, ਉਹ ਬਿਲਕੁਲ ਠੀਕ ਹੈ ਕਿ ਜਿਹੜੀਆਂ ਸਾਡੀਆਂ ਸਭਾ ਸੁਸਾਇਟੀਆਂ ਹਨ, ਕਈ ਵਾਰ ਉਹਨਾਂ ਦੇ ਮੈਂਬਰ ਵੀ ਬੜੇ ਮਾਇਆਧਾਰੀ ਹੁੰਦੇ ਹਨ, ਪ੍ਰਧਾਨ, ਜੀ ਸਕੱਤਰ, ਉਹਨਾਂ ਦੇ ਹੋਰ ਮੈਂਬਰ ਜਿੰਨੇ ਹਨ, ਗੁਰੂ ਮਹਾਰਾਜ ਨੇ ਬੜੇ ਵੱਡੇ ਕਾਰੋਬਾਰ ਉਹਨਾਂ ਨੂੰ ਬਖਸ਼ਿਸ਼ ਕੀਤੇ ਹੁੰਦੇ ਹਨ, ਤੇ ਉਹ ਚਾਹਣ ਤਾਂ ਕੱਲਾ ਇੱਕ ਮੈਂਬਰ ਵੀ ਇਹਨਾਂ ਕੀਰਤਨੀਆਂ ਨੂੰ ਸਾਂਭ ਸਕਦਾ ਹੈ, ਉਹਨਾਂ ਦੀ ਮਦਦ ਕਰ ਸਕਦਾ ਹੈ, ਉਹਨਾਂ ਦੀ ਪਾਲਣਾ ਪੋਸ਼ਣਾ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਚੁੱਕ ਸਕਦਾ ਹੈ। ਇਸ ਲਈ ਜੀ ਮੇਰੀ ਵੀ ਭਾਈ ਸਾਹਿਬਾਂ ਕੋਈ ਸਮੂਹ ਬੇਨਤੀ ਹੈ ਪ੍ਰਬੰਧਕਾਂ ਨੂੰ ਜਾਂ ਜਥੇਬੰਦੀਆਂ ਨੂੰ, ਸੇਵਾ ਸੁਸਾਇਟੀਆਂ ਨੂੰ, ਵੀ ਜਿਹੜੇ ਲੋੜਵੰਦ ਪ੍ਰਚਾਰਕ ਹਨ, ਕੀਰਤਨੀਆਂ ਹਨ, ਗ੍ਰੰਥੀ ਸਾਹਿਬਾਨ, ਸਾਰੇ ਅਸੀਂ ਇੱਕੋ ਕੈਟਾਗਰੀ ਚ ਆਉਂਦੇ ਹਾਂ, ਤੇ ਜੇ ਤੁਸੀਂ ਮਦਦ ਕਰ ਸਕਦੇ ਹੋ ਉਹਨਾਂ ਦੀ ਇਸ ਮਜਬੂਰੀ ਨੂੰ ਸਮਝਦਿਆਂ ਹੋਇਆਂ, ਇਹ ਨਾ ਜੀ ਸਮਝੇ ਕਿ ਇਹ ਨਾ ਹੋਵੇ ਕਿ ਕੱਲ ਨੂੰ ਉਹਨਾਂ ਦਾ ਦਿਲ ਟੁੱਟ ਜਾਏ ਤੇ ਉਹ ਕੰਮ ਹੀ ਛੱਡ ਜਾਣ, ਮੁੜ ਕੇ ਸਾਨੂੰ ਨਾ ਪਾਠੀ ਲੱਭੇ, ਨਾ ਕੋਈ ਕੀਰਤਨ ਲੱਭੇ ਪਿੰਡਾਂ ਵਿੱਚ, ਨਾ ਕੋਈ ਗ੍ਰੰਥੀ ਸਾਹਿਬ ਲੱਗੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਲਈ। ਕਿਉਂਕਿ ਅੱਗੇ ਜਿਹੋ ਜਿਹਾ ਸਮਾਂ ਆ ਰਿਹਾ ਹੈ, ਅਸੀਂ ਸਾਰੇ ਸਮਝਦੇ ਹਾਂ, ਤੁਸੀਂ ਵੀ ਸਮਝਦੇ ਹੋ ਕਿ ਅਸੀਂ ਤੇ ਉਹਨਾਂ ਮਜਬੂਰੀਆਂ ਨੂੰ ਝੱਲ ਲਿਆ ਆਪਣੇ ਪੁਰਾਣੇ ਸਮੇਂ ਨੂੰ, ਕਿਉਂਕਿ ਸਾਨੂੰ ਜੀ ਜ਼ਰੂਰਤ ਸੀਗੀ, ਅਸੀਂ ਉਹ ਗਰੀਬੀ ਦੇਖੀ ਹੋਈ ਸੀ। ਪਰ ਹੁਣ ਜਿਹੜੇ ਬੱਚੇ ਹਨ, ਨੌਜਵਾਨ ਹਨ, ਅੱਗੇ ਉਹ ਪੜ੍ਹ ਲਿਖ ਕੇ ਜਦੋਂ ਇਸ ਸਾਡੇ ਕੀਰਤਨੀਆਂ ਦੀਆਂ ਮੁਸ਼ਕਲਾਂ ਦੇਖਦੇ ਹਨ, ਜਾਂ ਸਾਡੇ ਤੋਂ ਜੋ ਇਹੋ ਜਿਹੇ ਸਮੇਂ ਆਉਂਦੇ ਹਨ, ਦੇਖਦੇ ਹਨ, ਕਈ ਵਾਰ ਰੋਟੀ ਵੀ ਕਈ ਵਾਰ ਕਿਸੇ ਦੇ ਘਰ ਨਹੀਂ ਖਾਣ ਨੂੰ ਹੁੰਦੀ, ਤੇ ਜੀ ਉਹ ਫਿਰ ਨਹੀਂ ਚਾਹੁੰਦੇ ਕਿ ਅਸੀਂ ਕੀਰਤਨੀਏ ਬਣੀਏ। ਭਾਵੇਂ ਉਹਨਾਂ ਦੇ ਮਨ 'ਚ ਸ਼ੌਂਕ ਜ਼ਰੂਰ ਭਾਈ ਹੁੰਦਾ ਹੈ ਕਿ ਬਲਵਿੰਦਰ ਅਸੀਂ ਸਿੰਘ ਜੀ, ਕੀਰਤਨ ਠੀਕ ਹੈ ਸਿੱਖੀਏ, ਠੀਕ ਹੈ ਹਾਂਜੀ, ਹਾਂਜੀ ਪਰ ਭਾਈ ਪ੍ਰੋਫੈਸ਼ਨਲ ਬਲਵਿੰਦਰ ਸਿੰਘ ਜੀ, ਕੀਰਤਨੀਏ ਬਣਨ ਜਿਵੇਂ ਤੋਂ ਮੈਂ ਤੁਹਾਨੂੰ ਸੰਕੇਤ ਕਰਦੇ ਹਨ। ਜੀ ਭਾਈ ਬਲਵਿੰਦਰ ਸਿੰਘ ਜੀ ਜੀ, ਜੀ ਜਿਵੇਂ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਦਰਦ ਸੀਗਾ ਕਿ ਸਿਆਸਤ ਜਿਹੜੀ ਹੈ ਭਾਰੂ ਹੋ ਰਹੀ ਹੈ। ਜਿਵੇਂ ਹੁਣ ਤੁਸੀਂ ਸੁਣਿਆ ਹੋਵੇਗਾ, ਉਹਨਾਂ ਨੇ ਅਪੀਲ ਵੀ ਕੀਤੀ ਹੈ, ਉਹਨਾਂ ਨੇ ਬੇਨਤੀ ਵੀ ਕੀਤੀ ਹੈ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ। ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਇਹ ਬੇਨਤੀ ਦਾ ਅਸਰ ਹੋਏਗਾ? ਬਿਲਕੁਲ ਹੋਏਗਾ ਜੀ। ਪ੍ਰਚਾਰਕ ਦਾ ਕੰਮ ਆ, ਉਹਨੇ ਆਵਾਜ਼ਾਂ ਦੇਣਾ ਹੈ। ਇਹ ਨਹੀਂ ਵੀ ਸਾਰੀਆਂ ਕਮੇਟੀਆਂ ਵਿੱਚ ਬੇਦਰਦੇ ਬੈਠੇ ਨੇ, ਬਹੁਤ ਪਿਆਰੇ ਗੁਰਮੁਖ ਪਿਆਰੇ ਸੱਜਣ ਵੀ ਨੇ ਜਿਹੜੇ ਆਪਣੇ ਪ੍ਰਚਾਰਕਾਂ ਨੂੰ ਸੰਭਾਲਣ ਵਾਲੇ ਨੇ, ਉਹਨਾਂ ਦੀ ਮਦਦ ਕਰਨ ਵਾਲੇ ਨੇ, ਤੇ ਕੁਝ ਐਸੇ ਵੀ ਹਨ ਕਿ ਜਿਨ੍ਹਾਂ ਨੇ ਸਿਰਫ, ਜਿਹਨੂੰ ਤੁਸੀਂ ਆਪਾਂ ਸਿਆਸਤ ਦੀ ਗੱਲ ਕਰ ਰਹੇ ਹਾਂ ਵੀ ਉਹ ਸਿਆਸਤ ਦੇ ਤੌਰ ਤੇ ਵਰਦੇ ਆ, ਉਹ ਬਾਹਰ ਤਾਂ ਲੋਕਾਂ ਦੀ ਮਦਦ ਬਹੁਤ ਕੀਤੀ ਉਹਨਾਂ ਨੇ,
ਪਰ ਜੀ ਆਪਣੇ ਰਾਗੀ ਸਿੰਘਾਂ ਪ੍ਰਚਾਰਕਾਂ ਦੀ ਜਿਹੜੇ ਉੱਥੇ ਗੁਰੂ ਘਰਾਂ ਵਿੱਚ ਡਿਊਟੀ ਕਰਦੇ, ਜਿਹੜੇ 24 ਘੰਟੇ ਡਿਊਟੀ ਕਰਦੇ ਨੇ, ਜੀ ਉਹਨਾਂ ਦੀ ਸਾਰ ਕਈ ਤੇ ਨਹੀਂ ਲਈ ਗਈ। ਇਹ ਸੱਚ ਹੈ, ਨਹੀਂ ਜੀ ਲਈ ਗਈ ਉੱਥੇ ਸਾਰ। ਔਰ ਉਹ ਇਹ ਗੁਰੂ ਦੀ ਕਿਰਪਾ ਹੀ ਹੈ ਵੀ ਕਰੀਬਨ ਪਾਠੀ ਸਿੰਘ ਹੋਏ, ਰਾਗੀ ਸਿੰਘ ਹੋਏ, ਪ੍ਰਚਾਰਕ ਸਿੰਘ ਹੋਏ, ਉਹਨਾਂ ਨੇ ਔਖਿਆਈ 'ਚ ਸਮਾਂ ਕੱਟ ਲਿਆ, ਪਰ ਉਹਨਾਂ ਨੇ ਕਿਸੇ ਅੱਗੇ ਹੱਥ ਨਹੀਂ ਡਾਇਆ, ਹਮ, ਕਿਉਂਕਿ ਇਹ ਕੁਦਰਤੀ ਤੌਰ ਉਹਨਾਂ ਦੇ ਅੰਦਰ ਇੱਕ ਐਸਾ ਜਜ਼ਬਾ ਹੈ, ਉਹਨਾਂ ਨੂੰ ਭਰੋਸਾ ਹੈ ਵੀ ਗੁਰੂ ਉੱਤੇ। ਉਹ ਪਰ ਔਖਾ ਸੌਖਾ ਸਮਾਂ ਕੱਢਿਆ, ਪਰ ਜੀ ਉਹਨਾਂ ਦੀ ਮਦਦ ਜਿਹੜੀ ਉਹ ਬਹੁਤ ਘੱਟ। ਇਹ ਸਾਡਾ ਸ਼ਾਇਦ ਦੁਖਾਂਤ ਹੈ ਕਿ ਅਸੀਂ ਸਾਰਿਆਂ ਦੀ ਮਦਦ ਕਰਨੀ, ਇਨਸਾਨੀ ਦੀ ਮਦਦ ਕਰਨੀ ਸਿੱਖ ਦਾ ਫਰਜ਼ ਹੈ, ਪਰ ਆਪਣੇ ਭਰਾਵਾਂ ਨੂੰ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ। ਇਹ ਵੀ ਬਿਲਕੁਲ ਜ਼ਰੂਰੀ ਹੈ ਬਿਲਕੁਲ ਕਿ ਆਪਣੇ ਬਿਲਕੁਲ ਭਰਾਵਾਂ ਦੀ ਮਦਦ ਕਰੀਏ। ਹਾਂਜੀ, ਜੀ ਭਾਈ ਗੁਰਦੇਵ ਸਿੰਘ ਜੀ, ਜਿਵੇਂ ਭਾਈ ਬਲਵਿੰਦਰ ਸਿੰਘ ਲੋਪੋਕੇ ਜੀ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਕਿਹਾ ਹੈਗਾ ਕਿ ਕਿਤੇ ਨਾ ਕਿਤੇ ਅਸੀਂ ਆਪਣੇ ਹੀ ਭਰਾਵਾਂ ਨੂੰ ਭੁੱਲ ਜਾਂਦੇ ਹਾਂ, ਭੁੱਲਣਾ ਨਹੀਂ ਚਾਹੀਦਾ। ਔਰ ਇਹੀ ਅਪੀਲ ਜਿਹੜੀ ਹੈ ਉਹਨਾਂ ਨੇ ਆਪਣੇ ਆਖਰੀ ਸ਼ਬਦਾਂ ਵਿੱਚ, ਭਾਈ ਹਰਨਾਮ ਸਿੰਘ ਜੀ ਆਪਣੇ ਆਖਰੀ ਸ਼ਬਦਾਂ ਵਿੱਚ ਕਿਹਾ। ਤੁਸੀਂ ਕੀ ਸਮਝਦੇ ਹੋ ਇਹਨਾਂ ਦੇ ਆਖਰੀ ਸ਼ਬਦਾਂ ਨੂੰ? ਜਿੱਥੇ ਤੱਕ ਭਾਈ ਬਲਵਿੰਦਰ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ ਨੇ ਦੱਸਿਆ, ਜਿੰਨੀ ਦੇਰ ਤੱਕ ਰਾਗੀ ਸਿੰਘ ਜਿਉਂਦਾ ਹੈ, ਉਹ ਗੁਰੂ ਦੀ ਹਾਜ਼ਰੀ ਵਿੱਚ, ਭੈ ਭਾਵਨੀ ਵਿੱਚ ਦੋ ਡਿਊਟੀਆਂ ਕਰਦਾ, ਉਹ ਹੋਰ ਕੋਈ ਕੰਮ ਨਹੀਂ ਕਰ ਸਕਦਾ। ਪਰ ਕਈ ਐਸੇ ਲੋਕ ਵੀ ਹੁੰਦੇ ਨੇ ਜਿਹੜੇ ਇਦਾਂ ਦੀ ਸੋਚ ਰੱਖਦੇ ਨੇ, ਰਾਗੀਆਂ ਨੇ ਬਿਜ਼ਨਸ ਬਣਾ ਲਿਆ ਜੀ, ਰਾਗੀਆਂ ਨੇ ਇਹ ਕਰਤਾ, ਰਾਗੀਆਂ ਨੇ ਉਹ ਕਰਤਾ। ਅਸਲੀਅਤ ਵਿੱਚ ਉਹ ਲੋਕ ਰਾਗੀ ਸਿੰਘਾਂ ਦਿੱਕਤ ਤੋਂ ਜਾਣੂ ਨਹੀਂ ਹੁੰਦੇ। ਕਿਉਂਕਿ ਜੇ ਅਸੀਂ ਕੀਰਤਨ ਕਰਨ ਜਾਣਾ ਦਿੱਲੀ ਨੂੰ, ਕੀਰਤਨ ਤਾਂ 1 ਘੰਟਾ ਕਰਨਾ ਜਾ ਕੇ ਦਿੱਲੀ ਅਸੀਂ, ਪਰ ਸਾਨੂੰ ਜਾਣ ਲੱਗਿਆਂ ਵੀ 8 ਤੋਂ 9 ਘੰਟੇ ਲੱਗਣੇ ਨੇ, ਤੇ ਵਾਪਸੀ ਤੇ ਫਿਰ 8 ਤੋਂ 9 ਘੰਟੇ ਲੱਗਣੇ ਨੇ। ਔਰ ਮੇਰਾ ਖਿਆਲ ਇਹ ਕਹਿੰਦਾ ਹੈ ਬੰਤਈ ਆਮ ਬੰਦਾ ਜੇ ਕੋਈ ਵੀ ਹੈ ਨਾ, ਉਹ 1 ਦਿਨ ਦਿੱਲੀੋਂ ਜਾ ਕੇ ਮੁੜ ਆਵੇ ਤੇ 3 ਦਿਨ ਵੈਸੇ ਨਹੀਂ ਉੱਠਦਾ। ਮੈਂ ਥਕਾਵਟ ਬੜੀ ਹੋਈ ਹੈ ਜੀ ਮੈਨੂੰ। ਪਰ ਇੱਕ ਰਾਗੀ ਸਿੰਘ ਆ, ਉਹ ਰਾਤ ਭਰ ਦਿਨ ਚੱਲ ਰਿਹਾ ਵਾ, ਔਰ ਗੁਰੂ ਸਾਹਿਬ ਜੀ ਦੀ ਭੈ ਭਾਵਨੀ ਦੇ ਵਿੱਚ ਉਹ ਜਿੱਦਾਂ ਦੀ ਸੇਵਾ ਉਹਨੂੰ ਮਿਲਦੀ ਆ ਪ੍ਰਬੰਧਕ ਕਮੇਟੀਆਂ ਵੱਲੋਂ ਉਹ ਕਰਦਾ। ਉਹ ਆਪਣੇ ਪਰਿਵਾਰ ਵਾਸਤੇ ਇਹਨੂੰ ਜਦ ਹੋਰ ਕੋਈ ਚਾਰਾ ਨਹੀਂ ਕਰਦਾ ਜਾਂ ਕੋਈ ਬਿਜ਼ਨਸ ਨਹੀਂ ਕਰਦਾ। ਪਰ ਦੇਖੋ, ਜੇ ਬਿਮਾਰੀ ਸ਼ਮਾਰੀ ਕਾਰਨ ਵੀ ਕੋਈ ਪ੍ਰੋਬਲਮ ਆਵੇ ਤਾਂ ਵੀ ਸਾਡੇ ਸਿੱਖ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ। ਜੇ ਹੁਣ ਕਰੋਨਾ ਦੀ ਮਹਾਮਾਰੀ ਚੱਲੀ ਆ, ਤੇ ਹੁਣ ਕਰੋਨਾ ਦੇ ਵਿੱਚ ਵੀ ਸਾਡੇ ਇਸ ਭਾਈਚਾਰੇ ਦੀ ਜ਼ਰੂਰ ਸਾਰ ਲੈਣੀ ਚਾਹੀਦੀ ਆ, ਔਰ ਸੰਗਤਾਂ ਲੈ ਵੀ ਰਹੀਆਂ ਨੇ, ਐਸੀ ਵੀ ਕੋਈ ਗੱਲ ਨਹੀਂ। ਪਰ ਕੁਝ ਲੋਕਾਂ ਦੀ ਮੈਂ ਗੱਲ ਮਾਨਸਿਕਤਾ ਦੱਸ ਦੇਵਾਂ ਕਿ ਉਹਨਾਂ ਨੂੰ ਹਮੇਸ਼ਾ, ਜਿਵੇਂ ਭਾਈ ਰਵਿੰਦਰ ਸਿੰਘ ਹੋਣਾ ਦੱਸਿਆ ਸੀ ਨਾ, ਵੀ ਚਿੱਟੇ ਕੱਪੜੇ ਦੇਖਦੇ ਨੇ, ਗੱਡੀਆਂ ਦੇਖਦੇ ਨੇ। ਸੱਚ ਇਹ ਹੈਗਾ ਜੇ ਭਾਈ ਸਾਹਿਬ, ਅਸੀਂ ਗੱਡੀਆਂ ਛੱਡ ਕੇ ਉੱਤਰ ਕੇ ਪਾਸੇ ਰਹਿਣਾ ਚਾਹੁੰਦੇ ਆ ਵੀ ਸਾਨੂੰ ਕਾਰ 'ਚ ਬਹਿਣਾ ਨਹੀਂ ਪਵੇ, ਇੰਨਾ ਅਸੀਂ ਸਫ਼ਰ ਕਰ ਲਿਆ। ਮੈਂ ਆਪਣੀ ਇਕੱਲੇ ਦੀ ਗੱਲ ਦੱਸਾਂ, ਮੈਂ ਕੋਈ ਹੁਣ ਤੱਕ ਜਿਹੜਾ ਇਨ ਰਿਟਨ ਹੈ ਨਾ ਗੱਡੀਆਂ ਦਾ ਸਫ਼ਰ, ਉਹ ਕੋਈ 13-14 ਲੱਖ ਕਰ ਚੁੱਕਾ ਵਾਂ। ਜਿੰਨੀਆਂ ਗੱਡੀਆਂ ਮੈਂ ਹੁਣ ਤੱਕ ਬਦਲੀਆਂ, ਹਰੇਕ ਗੱਡੀ ਮੇਰੀ 4-4, 3-3 ਲੱਖ ਕਿਲੋਮੀਟਰ ਚੱਲਦੀ ਹੈ ਜੀ। 5 ਤੋਂ ਮੈਂ ਕਿਹਾ 7 ਗੱਡੀਆਂ ਮੈਂ ਹੁਣ ਤੱਕ ਮੈਂ ਬਦਲ ਲਈਆਂ ਨੇ, ਜੋ ਮੈਂ ਕੀਰਤਨ ਸ਼ੁਰੂ ਕੀਤਾ। ਤੇ ਇਸ ਕਰਕੇ ਭਾਈ ਸਾਹਿਬ, ਅਸੀਂ ਸਾਰਾ ਸਮਾਂ ਜਿਹੜਾ ਨਾ, ਮਤਲਬ ਸਫ਼ਰ ਕਰਕੇ ਜਾਂ ਬਾਣੀ ਪੜ੍ਹ ਕੇ ਹੀ ਗੁਜ਼ਾਰਿਆ, ਅਸੀਂ ਕੋਈ ਹੋਰ ਕਾਰਜ ਨਹੀਂ ਕੀਤਾ। ਪਰ ਜੇ ਅੱਜ ਕਿਸੇ ਤੇ ਵੀ, ਮਤਲਬ ਮੈਂ ਨਹੀਂ ਕਹਿੰਦਾ ਵੀ ਸਾਡੇ ਤੇ ਕੋਈ ਇੱਦਾਂ ਦਾ ਸਮਾਂ ਆਇਆ, ਸਤਿਗੁਰੂ ਗੁਰੂ ਰਾਮਦਾਸ ਦੀ ਬੜੀ ਕਿਰਪਾ ਹੈ, ਅਸੀਂ ਚੱਲ ਰਹੇ ਹਾਂ, ਉਹਦਾ ਦਿੱਤਾ ਅੱਜ ਤੱਕ ਸਾਡੇ ਕੋਲ ਚੱਲ ਰਿਹਾ, ਸਾਨੂੰ ਇੰਨੀ ਮੁਸ਼ਕਿਲ ਨਹੀਂ ਆਈ। ਪਰ ਜਿਹੜੇ ਸਾਡੇ ਤੋਂ ਇਲਾਵਾ ਦੂਸਰੇ ਗੁਰੂ ਘਰਾਂ ਵਿੱਚ ਸਾਡਾ ਭਾਈਚਾਰਾ ਨਾ, ਜਿੱਥੇ 5000 ਤਨਖਾਹ ਕਿਸੇ ਦੀ, 6000 ਤਨਖਾਹ, ਉਹ ਹੁਣ ਤੁਸੀਂ ਸੁਣ ਕੇ ਸਮਝ ਕੇ ਵੇਖੋ ਵੀ ਜੇ 5000 ਤਨਖਾਹ ਨਾਲ ਜੇ 2-3 ਕਿਲੋ ਦੁੱਧ ਵੀ ਲੈਣਾ ਹੋਵੇ ਤੇ 3-4 ਹਜ਼ਾਰ ਦਾ ਤਾਂ ਦੁੱਧ ਹੀ ਬਣ ਜਾਂਦਾ ਹੈ। ਤੇ ਬਿਜਲੀ ਦਾ ਬਿੱਲ ਤਾਰਨਾ ਹੋਵੇ ਉਹ ਵੱਖਰਾ, ਬੱਚਿਆਂ ਦੀ ਦਵਾਈ ਲਿਆਉਣੀ ਹੋਵੇ ਉਹ ਵੱਖਰੀ। ਜਿਹੜੇ ਗੁਰਦੁਆਰੇ ਵਿੱਚ 5 ਤੋਂ 6000 7000 ਤਨਖਾਹ ਵਾ, ਉਹ ਭਾਈਚਾਰੇ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਚੁੱਕੀ ਹੈ। ਉਸ ਭਾਈਚਾਰੇ ਦੇ ਕੋਲੇ ਕੋਈ ਬੈਂਕ ਨਹੀਂ ਹੈ ਸੀ, ਪੈਸੇ ਵਾਸਤੇ ਕੋਈ ਬੈਂਕ ਬੈਲੈਂਸ ਨਹੀਂ ਹੈ ਸੀ। ਤੇ ਭਾਈ ਸਾਹਿਬ ਨੇ ਜਿਹੜਾ ਦਰਦ ਬਿਆਨ ਕੀਤਾ ਵਾ, ਮੇਰਾ ਖਿਆਲ ਸੀ ਵੀ ਭਾਈ ਸਾਹਿਬ ਨੂੰ ਵੀ ਸੱਚੀ ਮੁੱਚੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਸੀ, ਕਿਉਂਕਿ ਵੈਲ ਸੈਟਲ ਸਨ ਇਸ ਵੇਲੇ। ਉਹ ਬੜੇ ਸੰਗਤਾਂ ਤੇ ਔਰ ਗੁਰੂ ਰਾਮਦਾਸ ਦੇ ਪਿਆਰ ਦਾ ਸਦਕਾ ਬੜੇ ਸੌਖੇ ਸਨ। ਪਰ ਕਿਧਰੇ ਨਾ ਕਿਧਰੇ ਭਾਈ ਹਰਨਾਮ ਸਿੰਘ ਜੀ ਨੇ ਜੇ ਉਹ ਦਰਦ ਬਿਆਨ ਕੀਤਾ, ਤੇ ਉਹ ਆਪਣੇ ਉਸ ਭਾਈਚਾਰੇ ਲਈ ਕੀਤਾ ਜਿਹੜਾ ਅਜੇ ਪੁਲਾਂਘਾਂ ਪੁੱਟ ਰਿਹਾ ਵਾ, ਤਰੱਕੀ ਕਰਨ ਬਾਰੇ ਸੋਚ ਰਿਹਾ ਵਾ ਔਰ ਮਿਹਨਤ ਕਰ ਰਿਹਾ ਹੈ। ਤੇ ਭਾਈ ਸਾਹਿਬ ਦਾ ਇਹ ਦਰਦ ਬਿਆਨ ਕਰਨਾ ਬੜੀ ਵਧੀਆ ਗੱਲ ਸੀ, ਕਿਉਂਕਿ ਵੱਡਿਆਂ ਦਾ ਕੰਮ ਹੁੰਦਾ ਹੈ ਛੋਟਿਆਂ ਵਾਸਤੇ ਸੋਚਣਾ।
ਔਰ ਭਾਈ ਸਾਹਿਬ ਜੀ। ਇਦਾਂ ਦੀ ਸੋਚ ਰੱਖਦੇ ਸਨ। ਇਹ ਤੇ ਤੁਸੀਂ ਵੇਖੋ ਆਪਦੇ ਕੁਦਰਤੀ ਗੱਲ ਹੈ ਕਿ ਤੁਸੀਂ ਉਹ ਬਿਆਨ ਸੰਭਾਲ ਕੇ ਰੱਖੇ ਨੇ ਤੇ ਉਹ ਐਂ ਜੀ। ਜਿਵੇਂ ਸਾਹਮਣੇ ਬੈਠੇ ਬਿਲਕੁਲ ਉਹ ਬਿਆਨ ਜਿਹੜਾ ਨੇ ਉਹ ਦੇ ਰਹੇ ਨੇ। ਹਾਂਜੀ, ਤੇ ਉਹਨਾਂ ਦਾ ਬਿਲਕੁਲ। ਬੜਾ ਦਰਦ ਸੀ, ਮੈਨੂੰ ਮੈਂ ਸਮਝ ਸਕਦਾ ਮੈਂ ਉਹਨਾਂ ਨੇ ਬਹੁਤ ਵਾਰੀ ਉਹਨਾਂ ਨਾਲ ਸਿਰਫ ਮਿਲਿਆ ਔਰ ਬੜੇ ਸੁਭਾਅ ਨਾਲ, ਉਹਨਾਂ ਨੇ ਬੜੇ ਮਿੱਠਲੇ ਸੁਭਾਅ ਨਾਲ ਹੀ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਸੀ। ਬੜੇ ਕਮਲਜੀਤ ਵੀਰ ਜੀ ਗਵਾਹ ਨੇ, ਅਸੀਂ ਬਹੁਤ ਸਮੇਂ ਪਹਿਲਾਂ ਤੋਂ ਹੀ ਉਹਨਾਂ ਨਾਲ ਜੁੜੇ ਹੋਏ ਹਾਂ। ਕਮਲਜੀਤ ਵੀਰ ਜੀ, ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ ਔਰ ਇਹ ਮੇਰਾ ਆਖਰੀ ਸਵਾਲ ਵੀ ਰਹੇਗਾ ਤੁਹਾਡੇ ਤੋਂ, ਕਿਉਂਕਿ ਲਗਾਤਾਰ ਉਹ ਮੇਰੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਵੀ ਹੁੰਦੇ ਰਹੇ ਨੇ। ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗਾ, ਇੱਥੇ ਮੈਂ ਆਪਣੀ ਪਿੱਠ ਥਾਪੜਨਾ ਜ਼ਰੂਰ ਚਾਹਾਂਗਾ ਤੁਹਾਡੇ ਥਰੂ, ਕਿ ਉਹ ਸਾਡੇ ਪ੍ਰੋਗਰਾਮਾਂ ਤੋਂ ਬਾਅਦ ਕਿਸ ਤਰ੍ਹਾਂ ਦੇ ਆਪਣੇ ਵਿਚਾਰ ਪ੍ਰਗਟ ਕਰਦੇ ਸਨ। ਕਿਉਂਕਿ ਸਾਡੇ ਪ੍ਰੋਗਰਾਮ ਵਿੱਚ, ਮੇਰੇ ਪ੍ਰੋਗਰਾਮ ਵਿੱਚ ਜਦੋਂ ਵੀ ਉਹ ਸ਼ਾਮਿਲ ਹੋਏ ਨੇ, ਹਮੇਸ਼ਾ ਉਹਨਾਂ ਨੇ ਇੱਕ ਲਕੀਰ ਤੋਂ ਹਟ ਕੇ ਗੱਲਾਂ ਕੀਤੀਆਂ ਨੇ, ਤਾਂ ਜੋ ਇੱਕ ਦੁਨੀਆ ਨੂੰ ਅਸੀਂ ਇੱਕ ਵਧੀਆ ਸ਼ਬਦਾਵਲੀ ਦੇ ਸਕੀਏ, ਵਧੀਆ ਬਿਆਨ ਦੇ ਸਕੀਏ, ਵਧੀਆ ਇੱਕ ਐਕਸਪੀਰੀਅੰਸ ਦੇ ਸਕੀਏ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕੀ ਕੁਝ ਕਿਹਾ ਸੀ ਉਹਨਾਂ ਨੇ। ਵੀਰ ਜੀ, ਹੁਣ ਤਕਰੀਬਨ 16-17 ਸਾਲ ਤੋਂ ਮੈਂ ਉਹਨਾਂ ਦੇ ਨਾਲ ਕੀਰਤਨ ਦੀ ਸੇਵਾ ਨਿਭਾ ਰਿਹਾ ਬਤੌਰ ਸਹਾਇਕ। ਤੇ ਜੋ ਵੀ ਤਕਰੀਬਨ ਗੱਲਾਂ ਹੁੰਦੀਆਂ ਸੀ ਜਾਂ ਅਸੀਂ ਜਿੱਥੇ ਵੀ ਜਾਂਦੇ ਸੀ ਤਾਂ ਇਕੱਠੇ ਜਾਂਦੇ ਸੀਗੇ। ਜੀ। ਤੇ ਭਾਈ ਸਾਹਿਬ ਦੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਸੀ ਵੀ ਕਿਤੇ ਉਹਨਾਂ ਨੂੰ ਜਾਣ ਨੂੰ ਮੌਕਾ ਮਿਲਣਾ ਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਤੂੰ ਮੇਰੇ ਕੋਲ ਆ, ਆਪਾਂ ਇਕੱਠਿਆਂ ਨੇ ਜਾਣਾ। ਜੀ। ਤੇ ਉਸ ਦੌਰਾਨ ਜੋ ਵੀ ਕਿਤੇ ਇੰਟਰਵਿਊ ਹੁੰਦੀ ਸੀ ਜਾਂ ਕੋਈ ਰਿਕਾਰਡਿੰਗ ਹੁੰਦੀ ਸੀ ਜਾਂ ਕੁਝ ਵੀ, ਉਹ ਮੇਰੇ ਸਾਹਮਣੇ ਹੀ ਹੁੰਦੀ ਸੀ। ਤਾਂ ਉਸ ਵਾਸਤੇ ਜਦੋਂ ਅਸੀਂ ਗੱਡੀ 'ਚ ਵੀ ਬੈਠਦੇ ਸੀ ਆ ਕੇ, ਕਾਫੀ ਵਿਚਾਰ ਚਰਚਾ ਉਹਦੇ ਵਾਸਤੇ ਚੱਲਦੀ ਰਹਿੰਦੀ ਸੀ ਵੀ ਇਹ ਮੁਸ਼ਕਲਾਂ ਆ ਰਹੀਆਂ ਨੇ ਸਾਡੇ ਭਾਈਚਾਰੇ ਨੂੰ, ਇਹਦੇ ਹੋਣਾ ਹੀ ਚਾਹੀਦਾ ਹੈ ਕੁਛ ਨਾ ਕੁਛ। ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਹੀ ਇਹ ਜੋ ਸਿੱਖ ਧਰਮ ਦੀ ਝੋਲੀ ਵਿੱਚ ਸੇਵਾ ਪਈ ਹੈ, ਉਹ ਗੁਰਸਿੱਖ ਸਮੇਂ-ਸਮੇਂ ਤੇ ਕਰਦੇ ਆ ਰਹੇ ਨੇ। ਤੁਹਾਨੂੰ ਵੀ ਪਤਾ ਹੈ ਕਿ ਜਦੋਂ ਦਾ ਇਹ ਕਰੋਨਾ ਦਾ ਮਹਾਮਾਰੀ ਦਾ ਸਮਾਂ ਚੱਲ ਰਿਹਾ ਹੈ, ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਜਾਤ ਪਾਤ ਨੂੰ ਇੱਕ ਸਾਈਡ ਤੇ ਰੱਖ ਕੇ ਸੇਵਾ ਕੀਤੀ ਹੈ। ਬਿਲਕੁਲ। ਬਹੁਤ ਜ਼ਿਆਦਾ ਸੇਵਾ ਕੀਤੀ ਹੈ। ਤੇ ਭਾਈ ਸਾਹਿਬ ਦੇ ਕਹਿਣ ਦਾ ਵੀ ਇਹੀ ਮਤਲਬ ਸੀਗਾ ਵੀ ਜਿੱਥੇ ਅਸੀਂ ਵੱਖ-ਵੱਖ ਧਰਮਾਂ ਦੀ ਸੇਵਾ ਵਿੱਚ ਆਪਣਾ ਇੰਨਾ ਯੋਗਦਾਨ ਪਾਉਂਦੇ ਹਾਂ, ਕਿਤੇ ਆਪਣੇ ਹੀ ਪਰਿਵਾਰ ਤੋਂ ਅਸੀਂ ਪਿੱਛੇ ਨਾ ਰਹਿ ਜਾਈਏ। ਜਿਵੇਂ ਕਹਿੰਦੇ ਹੁੰਦੇ ਨੇ ਵੀ ਕਿ ਆਪਾਂ ਕੋਈ ਵੀ ਜੇ ਰੋਟੀ ਖਾਣੀ ਹੈ ਤੇ ਇੱਕ ਵਾਰ ਜ਼ਰੂਰ ਆਪਣੇ ਘਰ ਦੇ ਗੁਆਂਢੀ ਨੂੰ ਤੁਸੀਂ ਦੇਖ ਲੈਣਾ ਵੀ ਕਿਤੇ ਉਹ ਭੁੱਖਾ ਤੇ ਨਹੀਂ ਹੈ। ਬਿਲਕੁਲ। ਇਸ ਤਰ੍ਹਾਂ ਆਪਣੇ ਬਿਲਕੁਲ। ਸਾਰੇ ਕੀਰਤਨੀਆਂ ਦਾ ਜਾਂ ਆਪਣੇ ਭਾਈਚਾਰੇ ਦਾ, ਆਪਣੇ ਵੀਰਾਂ ਦਾ ਦਰਦ ਦੇਖਦੇ ਹੋਏ ਉਹਨਾਂ ਨੇ ਆਪ ਜੀ ਦੇ ਨਾਲ ਇਹ ਵਿਚਾਰ ਸਾਂਝੇ ਕੀਤੇ ਸਨ ਕਿ ਜ਼ਰੂਰ ਸਾਨੂੰ ਸਿੱਖ ਜਥੇਬੰਦੀਆਂ ਨੂੰ ਜਾਂ ਜੋ ਵੀ ਕਮੇਟੀਆਂ ਨੇ ਉਹਨਾਂ ਨੂੰ ਆਪਣੇ ਭਾਈਚਾਰੇ ਦਾ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ, ਤਾਂ ਜੋ ਗੁਰੂ ਦੀ ਸੇਵਾ ਕਰਦੇ ਹਨ ਜਾਂ ਸੰਗਤ ਦੇ ਨਾਲ ਕੀਰਤਨ ਦੀ ਸੇਵਾ ਕਰਦੇ ਹਨ, ਉਸ ਤਰ੍ਹਾਂ ਉਹਨਾਂ ਦੇ ਪਰਿਵਾਰ ਵੀ ਚੱਲਦੇ ਰਹਿਣ ਅਤੇ ਉਹਨਾਂ ਨੂੰ ਕੋਈ ਜੀਵਨ ਵਿੱਚ ਮੁਸ਼ਕਿਲ ਨਾ ਆਵੇ, ਤਾਂ ਜੋ ਆਉਣ ਵਾਲੇ ਬੱਚਿਆਂ ਨੂੰ ਵੀ ਉਹ ਕੀਰਤਨੀਏ, ਪ੍ਰਚਾਰਕ ਜਾਂ ਸੇਵਾਦਾਰ ਬਣਾ ਸਕਣ। ਤੇ ਇਹੀ ਉਹਨਾਂ ਦਾ ਮਕਸਦ ਸੀਗਾ ਵੀ ਉਤਸ਼ਾਹ ਮਿਲੇ ਸੰਗਤ ਵਿੱਚ, ਬੱਚਿਆਂ ਨੂੰ ਉਤਸ਼ਾਹ ਮਿਲੇ, ਕੀਰਤਨ ਦੇ ਲਾਈਨ ਵਿੱਚ ਆਉਣ, ਆਪਣੀ ਗੱਲਾਂ ਵਿੱਚ ਹਮੇਸ਼ਾ ਉਤਸ਼ਾਹ ਦਾ ਪ੍ਰਚਾਰ ਹੋ ਸਕੇ। ਹਮੇਸ਼ਾ ਲੋਕਾਂ ਨੂੰ ਉਤਸ਼ਾਹ ਕਰਨ ਦੀ ਗੱਲ ਕੀਤੀ ਹੈ। ਸੋ ਵਾਕਈ ਉਹਨਾਂ ਦੀਆਂ ਜੋ ਅੱਜ ਸ਼ਬਦਾਂ ਉਹਨਾਂ ਨੇ ਅੱਜ ਕਹੀਆਂ, ਅੱਜ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਏ, ਵਾਕਈ ਇੱਕ ਦਿਲੋਂ ਝੰਜੋੜ ਵਾਲੀਆਂ ਗੱਲਾਂ ਸਨ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ ਨੇ। ਔਰ ਵਾਕਈ ਭਾਈ ਰਵਿੰਦਰ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ, ਭਾਈ ਬਲਵਿੰਦਰ ਸਿੰਘ ਲੋਪੋਕੇ ਸਾਹਿਬ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਤੁਸੀਂ ਆਪਣਾ ਅੱਜ ਸਮਾਂ ਕੱਢਿਆ ਔਰ ਅੱਜ ਇੱਕ ਅਜਿਹੀ ਹਸਤੀ ਬਾਰੇ ਅਸੀਂ ਅੱਜ ਗੱਲ ਕੀਤੀ ਹੈ ਜਿਨ੍ਹਾਂ ਦੀ ਅਸੀਂ ਸਿਰਫ ਉਹਨਾਂ ਦੀ ਇੱਕ ਸਕਰੀਨ ਦੇ ਸਾਹਮਣੇ ਉਹਨਾਂ ਨੂੰ ਅਸੀਂ ਦੇਖਿਆ, ਲੇਕਿਨ ਪਰਦੇ ਦੇ ਪਿੱਛੇ ਉਹਨਾਂ ਦਾ ਕਿਹੋ ਜਿਹਾ ਮਿਜਾਜ ਸੀ, ਕਿਹੋ ਜਿਹਾ ਕਰੈਕਟਰ ਸੀ, ਇੱਕ ਦੱਸਣਾ ਬਹੁਤ ਜ਼ਰੂਰੀ ਸੀ ਅੱਜ ਦੇ ਲੋਕਾਂ ਨੂੰ। ਕਿਉਂਕਿ ਅਸੀਂ ਸਿਰਫ ਲੋਕਾਂ ਨੂੰ ਗੁਰਬਾਣੀ ਦਾ ਰਸ ਅਸੀਂ ਗਾਉਂਦੇ ਹੋਏ ਦੇਖਦੇ ਹਾਂ, ਪਰ ਲੇਕਿਨ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਕੀ ਨੇ ਇਹ ਵੀ ਜਾਣਨੀਆਂ ਬੇहद ਜ਼ਰੂਰੀ ਹੋ ਜਾਂਦੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਵਿੱਚ ਸ਼ਾਮਲ ਹੋਣ ਦੇ ਲਈ। ਤੇ ਜੇਕਰ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗਾ, ਕਿਉਂਕਿ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਸੀ ਤਾਂ ਹਮੇਸ਼ਾ ਮੈਨੂੰ ਅੱਜ ਵਿਸ਼ਵਾਸ ਨਹੀਂ ਹੋ ਰਿਹਾ, ਯਕੀਨ ਨਹੀਂ ਹੋ ਰਿਹਾ ਕਿ 1 ਸਤੰਬਰ ਨੂੰ ਇੱਕ ਅਜਿਹੀ ਸ਼ਖਸੀਅਤ ਜੋ ਮੇਰੇ ਨਾਲ ਇਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਸੀ ਪਰ ਅੱਜ ਸਾਡੇ ਤੋਂ ਵਿਛੋੜਾ ਦੇ ਗਈ ਹੈ, ਉਸ ਸ਼ਖਸੀਅਤ ਅੱਜ ਉਹ ਅਕਾਲ ਚਲਾਣਾ ਕਰ ਗਏ ਨੇ, ਭਾਈ ਹਰਨਾਮ ਸਿੰਘ ਜੀ। ਤੇ ਫਿਲਹਾਲ ਬਹੁਤ ਬਹੁਤ ਸ਼ੁਕਰੀਆ ਮੇਰੇ ਸਾਰੇ ਖਾਸ ਮਹਿਮਾਨਾਂ ਦਾ ਮੇਰੇ ਨਾਲ ਅੱਜ ਜੁੜਨ ਦੇ ਲਈ। ਤੇ ਜੇਕਰ ਮੇਰੇ ਦਰਸ਼ਕ ਮੇਰੇ ਨਾਲ ਜੁੜਨਾ ਚਾਹੁੰਦੇ ਨੇ ਤਾਂ ਜ਼ਰੂਰ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ info@cktimetv.com ਅਤੇ ਤੁਸੀਂ ਸਾਡੇ WhatsApp ਨੰਬਰ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ WhatsApp ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @bhalandarofficial। ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਦੇ ਲਈ। ਧੰਨਵਾਦ।